सतनाम श्री वाहेगुरु जी। गुरु गरीब नवाज जियो। आद जुगाद भगतन का राखा। उस्तत कर कर जीवा। नानक नाम नानक नाम महारस मीठा। अन दिन मन तन पीवा। दुध आगे अरदास हमारी जियो। पिंड सब तेरा कहो नानक सब तेरी वडिया। कोई ना ना जाने मेरा। आनंद गुणी निधान गुरु गरीब नवाज जियो। सारी संगत गज के बोलना सतनाम श्री वाहेगुरु जी। सूरज चन दिया किरणा जद तक रहन गिया। पंथ तेरे दिया गूंजा जुग जुग पैन गिया। जी दाता पंथ तेरे दिया गूंजा जुग जुग पैन गिया। माड़े दी मदद वास्ते खड़दा रहूं, हक्कां बदले पंथ खालसा लड़दा रहूं, हक्कां बदले पंथ खालसा लड़दा रहूं।
ਨਾਲ ਖੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਜੀ ਦਾਤਾਰ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਅੱਜ ਅਸਮਾਨੇ ਪੰਥ ਦੇ ਝੰਡੇ ਝੁੱਲਣਗੇ ਤਖਤ ਦਿੱਲੀ ਦੇ ਪੈਰਾਂ ਦੇ ਵਿੱਚ ਰੁੱਲਣਗੇ ਤਖਤ ਦਿੱਲੀ ਦੇ ਪੈਰਾਂ ਦੇ ਵਿੱਚ ਰੁੱਲਣਗੇ ਕਲਗੀ ਧਰਤੀਆਂ ਫੌਜਾਂ ਉੱਪਰ ਬਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਜੀ ਦਾਤਾਰ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਆਕੜਿਆਂ ਦੇ ਮਾਨ ਮਨਾਰੇ ਟਹਿ ਜਾਣਗੇ ਪੰਥ ਤੇਰੇ ਦੇ ਚਰਨੀ ਆ ਕੇ ਪੈ ਜਾਣਗੇ ਪੰਥ ਤੇਰੇ ਦੇ ਚਰਨੀ ਆ ਕੇ ਪੈ ਜਾਣਗੇ ਸ਼ਾਨਾਂ ਉੱਚੀਆਂ ਸਦਾ ਜਗਤ ਵਿੱਚ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਜੀ ਦਾਤਾਰ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਉਹ ਜਥੇਦਾਰ ਵੀ ਪੰਥ ਪ੍ਰਸਤੀ ਹੋਵਣਗੇ ਜਥੇਦਾਰ ਵੀ ਪੰਥ ਪ੍ਰਸਤੀ ਹੋਵਣਗੇ ਜਿਹੜੇ ਪੰਥਕਦਾਰ ਉਹ ਆਖਰ ਰੋਵਣਗੇ ਜਥੇਦਾਰ ਵੀ ਪੰਥ ਪ੍ਰਸਤੀ ਹੋਵਣਗੇ ਜਿਹੜੇ ਪੰਥਕਦਾਰ ਆਖਰ ਰੋਵਣਗੇ ਜਿਹੜੇ ਪੰਥਕਦਾਰ ਆਖਰ ਰੋਵਣਗੇ ਮੌਜੀ ਦੀਆਂ ਲਿਖਤਾਂ ਵੀ ਸੱਚੀਆਂ ਕਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਜੀ ਦਾਤਾਰ
ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਜੀ ਦਾਤਾ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਹੋ ਹੋ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਂਪੁਰਸ਼ਾਂ ਦੇ ਪਾਵਨ ਸਥਾਨ ਤੇ ਜੁੜ ਬੈਠੇ ਗੁਰੂ ਸਵਾਰੇ ਸਤਿਕਾਰਯੋਗ ਖਾਲਸਾ ਜੀ ਵੱਡੇ ਭਾਗਾਂ ਵਾਲੇ ਹਾਂ। ਸਤਿਗੁਰੂ ਜੀ ਨੇ ਬੜੀ ਪਾਰ ਬਖਸ਼ਿਸ਼ ਕੀਤੀ ਹੈ। ਅਸੀਂ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਆਪਣੇ ਤਨ ਮਨ ਧਨ ਦੀ ਹਾਜ਼ਰੀ ਲਗਵਾਉਣ ਵਾਸਤੇ ਜੁੜ ਬੈਠੇ ਹਾਂ। ਇੱਕ ਸ਼ਬਦ ਸਟੇਜ ਦੇ ਉੱਤੋਂ ਹਰ ਇੱਕ ਪ੍ਰਚਾਰਕ ਵਰਤਦਾ ਹੈ ਕਿ ਅਸੀਂ ਭਾਗਾਂ ਵਾਲੇ, ਪਰ ਹੋ ਸਕਦਾ ਅਸੀਂ ਡੀਪਲੀ ਜਾਣਨ ਦਾ ਯਤਨ ਨਾ ਕੀਤਾ ਹੋਵੇ ਡੂੰਘਾਈ ਵਿੱਚ ਵੀ ਅਸੀਂ ਭਾਗਾਂ ਵਾਲੇ ਕਿਉਂ ਹਾਂ, ਕਿ ਬਾਕੀ ਲੋਕ ਭਾਗਾਂ ਵਾਲੇ ਨਹੀਂ। ਜੇ ਤਾਂ ਮੈਂ ਸੰਖੇਪ ਮਾਤਰ ਇਸ਼ਾਰਾ ਕਰਕੇ ਖੁਲਾਸਾ ਕਰਨਾ ਹੋਵੇ ਤੇ ਮੈਂ ਐਉਂ ਕਹਿ ਦਵਾਂ ਕਿ ਪਤਾ ਨਹੀਂ ਤੁਹਾਡੇ ਨਗਰ ਵਿੱਚ ਕਿੰਨੇ ਕੁ ਲੋਕ ਹੋਣ ਜਿਹੜੇ ਮੰਜੇ ਤੇ ਪਏ ਢੀਲੜੀਆਂ ਕੱਢਦੇ ਪਏ ਨੇ, ਜਿਹੜੇ ਖੁਦ ਆਪਣੇ ਪੈਰਾਂ ਤੇ ਤੁਰਨ ਜੋਗੇ ਨਹੀਂ, ਜਿਹੜੇ ਕਿਸੇ ਨਾ ਕਿਸੇ ਭਿਆਨਕ ਬਿਮਾਰੀ ਦੇ ਨਾਲ ਜੂਝ ਰਹੇ ਨੇ, ਔਰ ਕੁਝ ਐਸੇ ਵੀ ਹੋਣਗੇ ਜਿਹੜੇ ਸਰੀਰਕ ਤੌਰ ਤੇ ਚੰਗੇ ਭਲੇ ਨੇ ਪਰ ਮਾਨਸਿਕ ਤੌਰ ਤੇ ਬੜੇ ਵੱਡੇ ਰੋਗੀ ਹੋ ਚੁੱਕੇ ਨੇ। ਉਹ ਆਉਣਗੇ, ਹੋ ਸਕਦਾ ਉਹ ਗੁਰਦੁਆਰਾ ਸਾਹਿਬ ਵੀ ਆਏ ਹੋਣ, ਪਰ ਜਿਹੜੀ ਚਾਰ ਦੀਵਾਰੀ ਦੀਵਾਨ ਹਾਲ ਦੀ ਬਣੀ ਹੈ ਇਹ ਤੋਂ ਬਾਰ-ਬਾਰ ਹੀ ਉਹ ਜਿਹੋ ਜਿਹੇ ਘਰੋਂ ਆਏ ਉਹੋ ਜਿਹੇ ਚਲੇ ਗਏ। ਫਿਰ ਅਸੀਂ ਭਾਗਾਂ ਵਾਲੇ ਕਿਉਂ ਹੋਏ? ਸਭ ਤੋਂ ਵੱਡੀ ਦੁਨੀਆ ਦੀ ਜੇ ਨਿਆਮਤ ਹੈ ਤੇ ਸਿੱਖੋ ਉਹ ਹੈ ਤੰਦਰੁਸਤੀ। ਅਰਬਾਂ ਰੁਪਈਆਂ ਦਾ ਮਾਲਕ ਕਿਉਂ ਨਾ ਹੋਵੇ ਆਦਮੀ, ਜੇ ਉਹਦੇ ਕੋਲ ਤੰਦਰੁਸਤੀ ਨਹੀਂ ਉਹਨੂੰ ਐਉਂ ਜਾਪਦਾ ਵੀ ਸਾਰੇ ਹੀ ਕੱਖ ਕਾਣ ਨੇ, ਇਹ ਕੁਝ ਵੀ ਨਹੀਂ, ਮੇਰੇ ਭਾਲੀ ਸਾਰਾ ਕੁਝ ਮਿੱਟੀ ਹੋ ਗਿਆ। ਆਦਮੀ ਦੀ ਜੇਬ ਵਿੱਚ 1 ਰੁਪਈਆ ਨਹੀਂ, ਪਰ ਪ੍ਰਮਾਤਮਾ ਨੇ ਉਸ ਨੂੰ ਤੰਦਰੁਸਤੀ ਬਖਸ਼ਿਸ਼ ਕੀਤੀ ਹੈ। ਉਹ ਖੁਦ ਚੱਲ ਕੇ ਆਪਣੇ ਕਦਮਾਂ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਆ ਗਿਆ, ਤੇ ਮੈਂ ਸਮਝਦਾ ਉਹਦੇ ਨਾਲੋਂ ਵੱਡੇ ਭਾਗਾਂ ਵਾਲਾ ਦੁਨੀਆ ਤੇ ਕੋਈ ਇਨਸਾਨ ਨਹੀਂ। ਫਿਰ ਸਤਿਗੁਰੂ ਦੀ ਗੁਰਬਾਣੀ ਦਾ ਵੀ ਤੇ ਫੈਸਲਾ ਹੈ ਨਾ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਨਹੀਂ ਲੱਭਦਾ। ਮਾੜੀ ਸੰਗਤ ਹੋਵੇ ਨਾ, ਮਾੜੀ ਸੰਗਤ ਵੱਲ ਬੰਦਾ ਬਦੋ ਬਦੀ ਚਲਿਆ ਜਾਂਦਾ ਹੈ, ਪਰ ਚੰਗੀ ਸੰਗਤ ਚੰਗੇ ਭਾਗਾਂ ਤੋਂ ਬਿਨਾਂ ਨਹੀਂ ਜੇ ਮਿਲਦੀ। ਮਾੜੀ ਸੰਗਤ ਉਹ ਹੈ ਜਿੰਨੇ ਲਾਈ ਗੱਲੀ ਉਹਦੇ ਨਾਲ ਉੱਠ ਚੱਲੀ, ਉਹ ਹਾਲਾਤ ਬਣ ਜਾਂਦੀ ਹੈ ਬੰਦੇ ਦੀ। ਪਰ ਚੰਗੀ ਸੰਗਤ ਚੰਗੇ ਭਾਗਾਂ ਦੇ ਨਾਲ ਮਿਲਿਆ ਕਰਦੀ। ਜਿਹੜੀ ਸੰਗਤ ਵਿੱਚ ਤੁਸੀਂ ਸਤ ਸੰਗ ਦੇ ਵਿੱਚ ਜੁੜ ਕੇ ਬੈਠੇ ਹੋ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਆਓ ਸਤਿਗੁਰੂ ਦਾ ਧੰਨਵਾਦ ਕਰੀਏ ਕਿ ਪਾਤਸ਼ਾਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਕਿਰਪਾ ਕਰਕੇ ਰੱਖੀ। ਵੇਖੋ ਸੰਗਤ ਜੀ, ਮੈਂ ਬੇਨਤੀ ਕਰਾਂ, ਅਸੀਂ ਭਾਗਾਂ ਵਾਲੇ ਤਾਂ ਤੁਸੀਂ ਝਾਤੀ ਮਾਰਿਓ ਜਿੰਨੇ ਵੀ ਸਰੀਰ ਜੁੜ ਬੈਠੇ, ਜਿੱਥੋਂ ਤੱਕ ਆਵਾਜ਼ ਜਾ ਰਹੀ ਹੈ। ਕਈ ਸਰੀਰ ਐਸੇ ਹੋਣਗੇ ਜਿਹੜੇ ਪਿਛਲੇ ਸਾਲ ਤੁਹਾਡੇ ਨਾਲ ਸੰਗਤ ਵਿੱਚ ਸਾਲਾਨਾ ਜੋੜ ਮੇਲੇ ਤੇ ਬੈਠੇ ਸੀ, ਪਰ ਇਸ ਵਾਰ ਉਹ ਨਹੀਂ ਸਰੀਰ ਕਰਕੇ ਦੁਨੀਆ ਤੋਂ ਚਲੇ ਗਏ। ਮਰਨ ਲਿਖਾਏ ਮੰਡਲ ਮੈਂ ਆਏ, ਮਰਨਾ ਅਸੀਂ ਵੀ ਹੈ, ਕੋਈ ਸ਼ੱਕ ਨਹੀਂ ਹੈ, ਪਰ ਅੱਜ ਸਤਿਗੁਰੂ ਨੇ ਕਿਰਪਾ ਕੀਤੀ ਹੈ। 100 ਦਿਨ ਸਫਲ ਗਣਿਆ, ਹਰ ਪ੍ਰਭੂ ਮਿਲਾਇਆ ਰਾਮ। ਅੱਜ ਸਾਡੇ ਵੀ ਕਿਰਪਾ ਹੋਈ ਹੈ ਕਿ ਅਸੀਂ ਸਤਿਗੁਰੂ ਦਾ ਧੰਨਵਾਦ ਕਰਨ ਵਾਸਤੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਗਏ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ, ਆ ਗਏ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਭੰਗਾਣੀ ਦਾ ਯੁੱਧ ਮਹਾਰਾਜ ਨੇ ਜਿੱਤਿਆ, ਸਿੱਖਾਂ ਨੇ ਆ ਕੇ ਆਖਿਆ ਪਾਤਸ਼ਾਹ ਤੁਹਾਨੂੰ ਵਧਾਈਆਂ। ਸਤਿਗੁਰੂ ਕਹਿੰਦੇ ਕਾਹਦੀਆਂ? ਸਿੱਖ ਕਹਿੰਦੇ ਪਾਤਸ਼ਾਹ ਤੁਹਾਡੀ ਫਤਿਹ ਹੋ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਉਦੋਂ ਗੋਬਿੰਦ ਰਾਏ ਹਨ, ਕਲਗੀਧਰ ਪਾਤਸ਼ਾਹ ਜੀ ਅੰਮ੍ਰਿਤ ਨਹੀਂ ਛਕਿਆ। ਇਹ 1699 ਦੀ ਬਾਅਦ ਦੀ ਘਟਨਾ ਹੈ ਅੰਮ੍ਰਿਤ ਵਾਲੀ। ਮਹਾਰਾਜ ਨੇ ਆਖਿਆ ਸਿੱਖੋ ਫਤਿਹ ਮੇਰੀ ਨਹੀਂ ਹੋਈ, ਖਾਲਸੇ ਦੀ ਹੋਈ ਹੈ। ਤੇ ਸਿੱਖਾਂ ਨੇ ਆਖਿਆ ਪਾਤਸ਼ਾਹ ਫਿਰ ਖਾਲਸਾ ਵੀ ਤੇ ਤੁਹਾਡਾ ਹੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਨਾ ਸਿੱਖੋ, ਨਾ ਫਤਿਹ ਮੇਰੀ ਹੈ ਨਾ ਖਾਲਸਾ ਮੇਰਾ ਹੈ। ਸਿੱਖਾਂ ਨੇ ਆਖਿਆ ਪਾਤਸ਼ਾਹ ਫਿਰ ਜਿੱਥੋਂ ਸਾਡੀ ਸੋਝੀ ਖਤਮ ਹੁੰਦੀ ਹੈ ਨਾ, ਉਥੋਂ ਪਰਮਾਰਥ ਦੀ ਸ਼ੁਰੂ ਹੋ ਜਾਂਦੀ ਹੈ। ਸਾਨੂੰ ਇਹ ਸੋਝੀ ਨਹੀਂ, ਕਿਰਪਾ ਕਰਕੇ ਦੱਸ ਦਿਓ ਕਿ ਖਾਲਸਾ ਕਿਹਦਾ ਤੇ ਫਤਿਹ ਕਿਹਦੀ ਹੈ। ਫਿਰ ਸਤਿਗੁਰਾਂ ਨੇ ਦਸਤੇ ਮੁਬਾਰਕ ਇਕੱਠੇ ਕੀਤੇ, ਸਿੱਖਾਂ ਨੂੰ ਜੋ ਜਵਾਬ ਦਿੱਤਾ, ਨਾਲੇ ਹੁਣ ਸਾਨੂੰ ਵੀ ਪਤਾ ਲੱਗ ਜਾਵੇਗਾ ਵੀ ਖਾਲਸਾ ਕਿਹਦਾ ਤੇ ਫਤਿਹ ਕਿਹਦੀ ਹੈ। ਜੋ ਸਤਿਗੁਰਾਂ ਨੇ ਉਹਨਾਂ ਨੂੰ ਦੱਸਿਆ, ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਇਹ ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵੀ ਵਾਹਿਗੁਰੂ ਦੀ ਹੈ। ਬੰਦਾ ਦੇ ਕਈ ਵਾਰ ਐਵੇਂ ਸੰਗਤ ਜੀ ਛੱਜ ਜੇ ਬੰਨ ਕੇ ਤੁਰਿਆ ਫਿਰਦਾ ਵੀ ਫਤਿਹ ਮੇਰੀ ਹੋ ਗਈ। ਇੱਕ ਅੰਗਰੇਜ਼ ਰਾਈਟਰ ਕਹਿੰਦਾ ਦਾ ਵਿਕਟਰੀ ਦੈਟ ਆਫ ਦੀ ਗੋਡ ਇਜ਼ ਇਮੋਰਟਲ। ਫਤਿਹ ਕੇਵਲ ਤੇ ਕੇਵਲ ਅਕਾਲਪੁਰ ਪਰਮਾਤਮਾ ਦੀ, ਹੋਰ ਕਿਸੇ ਦੀ ਨਹੀਂ। ਉਸ ਅਕਾਲਪੁਰ ਪਰਮਾਤਮਾ ਦਾ ਧੰਨਵਾਦ ਕਰਨ ਵਾਸਤੇ ਅਸੀਂ ਜੁੜ ਬੈਠੇ ਹਾਂ। ਮੇਰੇ ਪੂਜਾ ਪਿਤਾ ਉਸਤਾਦ ਸਤਿਕਾਰਯੋਗ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ, ਜਿਨ੍ਹਾਂ ਦੇ ਡਿੱਗੇ ਢੱਠੇ ਭੌਰੇ ਚੁੱਕ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਕਰ ਰਹੇ ਨੇ। ਉਹਨਾਂ ਤੋਂ ਬਾਅਦ ਸਟੇਜ ਤੇ ਬੋਲਣਾ ਬਹੁਤ ਮੁਸ਼ਕਲ ਹੈ। ਉਹਨਾਂ ਦੇ ਸ਼ਬਦਾਂ ਨੂੰ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਾਂਗਾ। ਪੂਜਾ ਪਿਤਾ ਜੀ ਨੇ ਆਪ ਜੀ ਦੇ ਸਾਹਮਣੇ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਵਿੱਚ ਇੱਕ ਲਸਾਨੀ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ। ਉਹਨਾਂ ਵੱਲੋਂ ਅਸੀਸਾਂ ਆਪਣੇ ਬੱਚਿਆਂ ਨੂੰ ਭੇਜੀਆਂ ਗਈਆਂ ਨੇ। ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਤੋਬਾ ਸਾਹਿਬ, ਜਿਨ੍ਹਾਂ ਨੇ ਪੂਜਾ ਪਿਤਾ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ ਜੀ ਦੇ ਨਾਲ ਮੇਰੀ ਮਿਲਣੀ ਕਰਾਈ ਔਰ ਉਸਤਾਦੀ ਸ਼ਾਗਿਰਦੀ ਦੀ ਸਾਂਝ ਪਵਾਈ। ਉਹਨਾਂ ਵੱਲੋਂ ਅਸੀਸਾਂ ਭਾਈ ਸਵਿੰਦਰ ਸਿੰਘ ਜੀ ਸਤਾਰਾ ਅਤੇ ਭਾਈ ਸੂਬਾ ਸਿੰਘ ਜੀ ਸ਼ਾਂਤ ਬੂਹ ਵਾਲੇ, ਉਹਨਾਂ ਸਾਰਿਆਂ ਵੱਲੋਂ ਬੇਅੰਤ ਪਿਆਰ ਭੇਜਿਆ ਗਿਆ। ਤੁਸੀਂ ਸਾਰਿਆਂ ਬੜੀਆਂ ਅਸੀਸਾਂ ਭੇਜੀਆਂ ਨੇ। ਸਮਾਂ ਲਗਭਗ ਮੇਰੇ ਕੋਲ 63 ਮਿੰਟ ਦਾ ਬਚਿਆ ਹੈ। ਮੈਂ 63 ਮਿੰਟ ਦੇ ਵਿੱਚ ਯਤਨ ਕਰਾਂ ਕਿ ਕਨਸੈਪਟ ਨੂੰ ਤੁਹਾਡੇ ਸਾਹਮਣੇ ਕਲੀਅਰ ਕਰਨ ਦਾ। ਕੋਈ ਇੱਕ ਵਿਸ਼ਾ ਚੁਣਾ, ਜਿਹੜਾ ਵਿਸ਼ਾ ਔਰ ਜਿਸ ਦਾ ਮੈਂ ਰਿਜ਼ਲਟ ਕੱਢਣ ਦਾ ਇਹਨੇ ਸਮੇਂ ਵਿੱਚ ਯਤਨ ਕਰਾਂ। ਇੱਕ ਵਾਰ ਸਮੁੱਚਾ ਅਰਦਾਸਾ ਕਰ ਦਿਓ। ਤੁਸੀਂ ਬੇਅੰਤ ਪਿਆਰ ਭੇਜਿਆ ਮੇਰੇ ਕੋਲ, ਸਾਰੇ ਅਰਦਾਸੇ ਲਿਖੇ ਪਏ ਨੇ। ਮੇਰੀ ਵੀ ਆਦਤ ਪੂਜਾ ਪਿਤਾ ਹੋਣਾ ਜੀ ਵਾਲੀ, ਜੋ ਉਹਨਾਂ ਨੇ ਹੁਕਮ ਲਾਇਆ ਕਿ ਸੀਤਲ ਸਾਹਿਬ ਦੀ ਹਦਾਇਤ, ਬੀਏ ਸਾਹਿਬ ਦੀ ਹਦਾਇਤ, ਮੌਜੀ ਸਾਹਿਬ ਉਹਨਾਂ ਦੀ ਹਦਾਇਤ ਕੇ ਅਰਦਾਸੇ ਜਾਂ ਤੇ ਆਰੰਭਤਾ ਵਿੱਚ ਜਾਂ ਅਖੀਰ ਤੇ। ਔਰ ਮੈਂ ਯਤਨ ਕਰਾਂ ਵੀ ਅਖੀਰ ਤੇ ਤੁਹਾਡੇ ਸਾਰਿਆਂ ਦੀ ਸਤਿਕਾਰਯੋਗ ਸੱਜਣਾ ਦੀ ਹਾਜ਼ਰੀ ਲਵਾ ਦਿੱਤੀ ਜਾਵੇ। ਇੱਕ ਵਾਰ ਸਮੁੱਚਾ ਅਰਦਾਸਾ ਕਰਕੇ ਅਸੀਸ ਬਖਸ਼ੋ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮੈਂ ਕਈ ਵਾਰ ਵਿਚਾਰਦਾ ਵੀ ਮੇਰੀ ਕੌਮ ਦੇ ਕੋਲ ਇਤਿਹਾਸ ਪੜ੍ਹਨ ਦਾ ਸਮਾਂ ਨਹੀਂ। ਮੇਰੀ ਕੌਮ ਕੋਲ ਇਤਿਹਾਸ ਪੜ੍ਹਨ ਦਾ ਸਮਾਂ ਨਹੀਂ। ਮਤਾ ਦਾ ਗੁੱਸਾ ਕਰਿਓ, ਪਰ ਮੈਂ ਇਸ ਗੱਲੋਂ ਬੜਾ ਖੁਸ਼ ਹਾਂ ਵੀ ਮੇਰੀ ਕੌਮ ਕੋਲ ਇਤਿਹਾਸ ਸੁਣਨ ਦਾ ਸਮਾਂ ਜ਼ਰੂਰ ਹੈ। ਜੇ ਪੜ੍ਹ ਨਹੀਂ ਨਾ ਸਕਦੀ, ਇਤਿਹਾਸ ਨਹੀਂ ਪੜ੍ਹਦੀ, ਪਰ ਇਹ ਸੁਣਦੀ ਜ਼ਰੂਰ ਹੈ। ਏਡੇ ਵੱਡੇ ਵੱਡੇ ਸਾਲਾਨਾ ਜੋੜ ਮੇਲੇ ਮਨਾ ਕੇ, ਏਡੇ ਵੱਡੇ ਵੱਡੇ ਸਮਾਗਮ ਕਰਾ ਕੇ, ਲੱਖਾਂ ਕਰੋੜਾਂ ਰੁਪਈਆ ਲਾ ਕੇ ਇਹ ਮੇਰੀ ਕੌਮ ਆਪਣੇ ਵਡੇਰਿਆਂ ਦਾ ਇਤਿਹਾਸ ਸੁਣਦੀ ਹੈ, ਜੋ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖ ਸਕਦਾ। ਕੈਮਰਾ ਤੇ ਲਾਈਵ ਜਾ ਰਿਹਾ, ਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਵੇਖ ਸਕਦੇ ਨੇ। ਮੇਰੀ ਕੌਮ ਇਤਿਹਾਸ ਸੁਣਦੀ ਜ਼ਰੂਰ ਹੈ, ਪਰ ਪੜ੍ਹਦੀ ਨਹੀਂ। ਮੈਂ ਬੇਨਤੀ ਕਰਾਂ, ਸਾਡਾ ਇਤਿਹਾਸ ਅਸੀਂ ਜੇ ਆਪ ਨਹੀਂ ਨਾ ਪੜ੍ਹਿਆ ਤੇ ਸਿੱਖੋ, ਸਾਡਾ ਇਤਿਹਾਸ ਗੋਰਿਆਂ ਨੇ ਪੜ੍ਹਿਆ। ਸਾਡਾ ਇਤਿਹਾਸ ਗੋਰਿਆਂ ਨੇ ਪੜ੍ਹਿਆ। ਤੁਹਾਨੂੰ ਯਾਦ ਹੋਵੇਗਾ ਸਨ 1881 ਦੇ ਵਿੱਚ ਫਰਾਂਸਿਸ ਦੇ ਵਿੱਚ ਇੱਕ ਅਖਬਾਰ ਕੱਢਿਆ ਗਿਆ। ਉਸ ਅਖਬਾਰ ਦਾ ਮੇਨ ਮੋਟਿਵ ਸੀ ਇਹ ਪਤਾ ਕੀਤਾ ਜਾਵੇ ਕਿ ਪੂਰੇ ਵਰਲਡ ਦੇ ਵਿੱਚੋਂ ਦੁਨੀਆ ਦਾ ਮਹਾਨ ਜੇਤੂ ਜਰਨੈਲ ਕੌਣ ਹੈ। ਦੁਨੀਆ ਦਾ ਮਹਾਨ ਜੇਤੂ ਜਰਨੈਲ ਸ਼ਬਦ ਬੜੇ ਡੂੰਘਾਈ ਵਾਲੇ, ਮੇਰੀ ਬੇਨਤੀ ਵੀ ਬੜੇ ਧਿਆਨ ਨਾਲ ਸਰਵਣ ਕਰਿਓ। ਕੁਝ ਨਵਾਂਪਨ ਆਪ ਜੀ ਦੇ ਸਾਹਮਣੇ ਕਹਿਣ ਦਾ ਯਤਨ ਕਰਾਂਗਾ, ਗੁਰੂ ਕਿਰਪਾ ਕਰੇ। 1881 ਦੇ ਵਿੱਚ ਅਖਬਾਰ ਨਿਕਲਿਆ ਫਰਾਂਸਿਸ ਦੇ ਵਿੱਚ। ਜਦੋਂ ਇਹ ਪਤਾ ਕੀਤਾ ਗਿਆ ਕਿ ਦੁਨੀਆ ਦਾ ਮਹਾਨ ਜੇਤੂ ਜਰਨੈਲ ਚੁਣਿਆ ਜਾਵੇ ਕੌਣ ਹੈ, ਫਿਰ ਨੀਅਰ ਅਬਾਊਟ 2012 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੱਕ ਮੈਗਜ਼ੀਨ ਕੱਢਿਆ ਗਿਆ। ਉਸ ਮੈਗਜ਼ੀਨ ਦਾ ਨਾਮ ਸੀ ਬਿਲੀਅਨਰਜ਼। ਉਸ ਬਿਲੀਅਨਰਜ਼ ਦੇ ਵਿੱਚ ਟੌਪ 10 ਕਮਾਂਡਰ ਆਲ ਵਰਲਡ ਦੇ ਚੁਣੇ ਗਏ। ਪੂਰੀ ਦੁਨੀਆ ਦੇ 10 ਮਹਾਨ ਜੇਤੂ ਜਰਨੈਲ ਚੁਣੇ ਗਏ। ਹੁਣ ਆਪ ਜੀ ਜਾਣਨਾ ਚਾਹੋਗੇ ਕਿ 1881 ਵਿੱਚ ਦੁਨੀਆ ਦਾ ਮਹਾਨ ਜੇਤੂ ਜਰਨੈਲ ਕੌਣ ਹੋਇਆ, ਅਤੇ 2012 ਵਿੱਚ ਜਿਹੜਾ ਆਸਟ੍ਰੇਲੀਆ ਨੇ ਮੈਗਜ਼ੀਨ ਕੱਢਿਆ ਉਹਦੇ ਵਿੱਚ ਦੁਨੀਆ ਦਾ ਮਹਾਨ ਜੇਤੂ ਜਰਨੈਲ 10 ਤੋਂ ਅਵਲ ਕੌਣ ਆਇਆ। ਜਿਹੜਾ 2012 ਵਿੱਚ ਆਸਟ੍ਰੇਲੀਆ ਨੇ ਮੈਗਜ਼ੀਨ ਕੱਢਿਆ ਨਾ, ਉਹਦੇ ਵਿੱਚ ਟੌਪ 10 ਪੂਰੇ ਵਰਲਡ ਦੇ 10 ਜਰਨੈਲ ਚੁਣੇ ਗਏ, ਜਿਸ ਵਿੱਚੋਂ ਦੂਜੇ ਨੰਬਰ ਤੇ ਚੰਗੇਜ਼ ਖਾਨ ਆਇਆ, ਤੀਜੇ ਤੇ ਸਿਕੰਦਰ, ਚੌਥੇ ਤੇ ਅਟੀਲਾ ਦਾ ਹੈਨਾ, ਪੰਜਵੇਂ ਤੇ ਜੂਲੀਅਸ ਸੀਜ਼ਰ, ਛੇਵੇਂ ਤੇ ਫਰਾਂਸਿਸ ਪਿਜ਼ਾਰੋ, ਸੱਤਵੇਂ ਤੇ ਸਾਰੇ ਦਾ ਗ੍ਰੇਟ, ਅੱਠਵੇਂ ਤੇ ਨੈਪੋਲੀਅਨ ਬੋਨਾਪਾਰਟ, ਨੌਵੇਂ ਤੇ ਨਿਬਲ ਬਾਰਕਾ ਅਤੇ 10ਵੇਂ ਤੇ ਸ਼ਾਸਕ ਤੈਮੂਰ। ਪਰ ਹੁਣ ਤੁਸੀਂ ਜਾਣਨ ਨੂੰ ਉਤਾਵਲੇ ਵੀ ਹੋਗੇ ਕਿ ਕੌਣ ਹੈ 1881 ਦਾ ਮਹਾਨ ਜੇਤੂ ਜਰਨੈਲ, ਅਤੇ ਮੈਗਜ਼ੀਨ ਬਿਲੀਅਨਰਜ਼ ਦਾ ਟੌਪ 10 ਵਿੱਚੋਂ ਕੌਣ ਟੌਪ ਦਾ ਕਮਾਂਡਰ ਆਇਆ। ਤੇ ਸਿੱਖੋ, ਖਾਲਸਾ ਪੰਥ ਨੂੰ ਇਸ ਗੱਲ ਦੀ ਵਧਾਈ ਹੈ, ਜਿਹੜਾ 1881 ਦੇ ਵਿੱਚ ਦੁਨੀਆ ਦਾ ਮਹਾਨ ਜੇਤੂ ਜਰਨੈਲ ਚੁਣਿਆ ਗਿਆ, 2012 ਦੇ ਵਿੱਚ ਆਸਟ੍ਰੇਲੀਆ ਦੇ ਮੈਗਜ਼ੀਨ ਬਿਲੀਅਨਰਜ਼ ਦੇ ਵਿੱਚ ਟੌਪ 10 ਕਮਾਂਡਰਾਂ ਵਿੱਚੋਂ ਆਲ ਦੇ ਆਲ ਵਰਲਡ ਵਿੱਚੋਂ ਟੌਪ ਦਾ ਕਮਾਂਡਰ ਸਾਡਾ ਸਿੱਖ ਕੌਮ ਦਾ ਚੀਫ ਜਨਰਲ ਸਰਦਾਰ ਹਰੀ ਸਿੰਘ ਨਲੂਆ ਚੁਣਿਆ ਗਿਆ। ਕੀ ਕਾਰਨ ਸਨ? ਬਾਕੀ ਜਰਨੈਲ ਵੀ ਤੇਗ ਚਲਾਉਂਦੇ ਸੀ, ਬਾਕੀ ਵੀ ਆਪਣੇ ਆਪ ਨੂੰ ਮਹਾਬਲੀ ਸੂਰਮੇ ਸਮਝਦੇ ਸੀ, ਪਰ ਜੇ ਗੇਟਵੇ ਆਫ ਇੰਡੀਆ ਦਰਾ ਖੈਬਰ ਦਾ ਰਾਹ ਕੋਈ ਮਰਦ ਬੰਦ ਕਰ ਸਕਿਆ ਤੇ ਸਾਡਾ ਵੱਡ ਵਡੇਰਾ
ਸਰਦਾਰ ਹਰੀ ਸਿੰਘ ਨਲੂਆ ਦਸਤਾਰ, ਗੁਫਤਾਰ, ਕਿਰਦਾਰ ਅਤੇ ਰਫਤਾਰ ਵਿੱਚ ਇਹਨਾਂ ਸਾਰਿਆਂ ਨਾਲੋਂ ਕਈ ਹਿੱਸੇ ਅਗਾਂਹ ਸੀ। ਅੱਜ ਵੀ ਇਹ ਖਾਲਸਾ ਦੁਨੀਆ ਦੇ ਨਕਸ਼ੇ ਉੱਤੇ ਵੱਖਰਾ ਚਮਕਦਾ ਹੈ। ਕਈ ਵਾਰ ਅਸੀਂ ਬੜਾ ਨਾ ਇੱਕ ਉਲਾਮਾ ਦਿੰਦੇ ਹਾਂ ਆਪਣੀ ਕੌਮ ਨੂੰ, ਕਈ ਵਾਰ ਅਸੀਂ ਬੈਠ ਕੇ ਬੜਾ ਝੂਰਦੇ ਹਾਂ। ਮੈਂ ਤਾਂ ਇੱਕ ਬੇਨਤੀ ਕਰਦਾ ਹੁੰਨਾ ਕਿ ਜੇ ਕੌਮ ਦਾ ਪ੍ਰਚਾਰਕ, ਕੌਮ ਦਾ ਆਗੂ, ਕੌਮ ਦਾ ਜਥੇਦਾਰ, ਕੌਮ ਦਾ ਲੀਡਰ ਜੇ ਇਹ ਦਿਲ ਛੱਡ ਜਾਵੇ ਤੇ ਕੌਮ ਨੂੰ ਮਰਨੋਂ ਕੋਈ ਨਹੀਂ ਬਚਾ ਸਕਦਾ। ਪਰ ਜੇ ਇਹ ਜ਼ਿੰਦਾ ਹੋਣ, ਜੇ ਕੌਮ ਦਾ ਲੀਡਰ, ਕੌਮ ਦਾ ਆਗੂ, ਪ੍ਰਚਾਰਕ ਗੁਰੂ ਘਰ ਦੇ ਢਾਡੀ ਸਿੰਘ, ਕਵੀਸ਼ਰ ਸਿੰਘ ਚੜ੍ਹਦੀ ਕਲਾ ਵਿੱਚ ਰਹਿਣ, ਤੇ ਮੈਂ ਇਹ ਵੀ ਵਾਅਦਾ ਕਰਕੇ ਜਾਣਾ ਸਿੱਖ ਕੌਮ ਨੂੰ ਦੁਨੀਆ ਦੇ ਨਕਸ਼ੇ ਤੋਂ ਕੋਈ ਖਤਮ ਨਹੀਂ ਕਰ ਸਕੇਗਾ। ਆ ਵੇਖੋ, ਆ ਥੋੜੇ ਦਿਨ ਹੋਏ ਇੰਦਰਜੀਤ ਨਿੱਕੂ ਗਾਉਣ ਵਾਲਾ, ਇਹ ਇੱਕ ਬਘੇਸ਼ਵਰ ਧਾਮ ਦੇ ਉੱਤੇ ਇੱਕ ਬਾਬੇ ਦੇ ਪੈਰੀਂ ਜਾ ਕੇ ਡਿੱਗਾ, ਤੇ ਸਾਡੇ ਵਾਲਿਆਂ ਨੇ ਇਹ ਸੋਸ਼ਲ ਮੀਡੀਆ ਤੇ ਪ੍ਰਚਲਿਤ ਕਰ ਦਿੱਤਾ ਕਿ ਪੱਗਾਂ ਵਾਲੇ ਉਸ ਬਾਬੇ ਦੇ ਪੈਰੀਂ ਪੈ ਗਏ। ਸਿੱਖੋ, ਇਹੋ ਜਿਹੇ ਲੋਕਾਂ ਦੀ ਗਿਣਤੀ ਸਿੱਖਾਂ ਵਿੱਚ ਨਹੀਂ ਹੁੰਦੀ, ਮੈਨੂੰ ਮਾਫ ਕਰਿਓ, ਇਹੋ ਜਿਹੇ ਲੋਕਾਂ ਦੀ ਗਿਣਤੀ ਸਿੱਖਾਂ ਵਿੱਚ ਨਹੀਂ ਹੁੰਦੀ। ਧਰਮ ਇਹ ਥੋੜਾ ਹੁੰਦਾ ਕਿ ਸਿਆਲ ਆ ਗਿਆ ਤੇ ਮੂੰਗਫਲੀ ਵੇਚਣ ਲੱਗ ਪਾਓ, ਗਰਮੀਆਂ ਆ ਗਈਆਂ ਤੇ ਕੁਲਫੀਆਂ ਦੀ ਰੇਹੜੀ ਲਾ ਲਈ। ਧਰਮ ਇਹਨੂੰ ਨਹੀਂ ਕਿਹਾ ਜਾਂਦਾ। ਸਿੰਘੋ, ਇਹ ਧਰਮ ਨਹੀਂ ਹੁੰਦਾ। ਧਰਮ ਕੀ ਹੁੰਦਾ ਹੈ? ਜਲਾਦ ਨੇ ਟੋਕਾ ਰੱਖਿਆ ਹੋਵੇ ਗੁੱਟ ਦੇ ਉੱਤੇ ਤੇ ਭਾਈ ਮਣੀ ਸਿੰਘ ਸਾਹਿਬ ਆਖੇ ਠਹਿਰ ਜਲਾਦਾ, ਅਜੇ ਟੋਕਾ ਨਾ ਚਲਾਈ, ਤੇ ਜਲਾਦ ਆਖੇ ਮਣੀ ਸਿੰਘਾ ਏਡੀ ਛੇਤੀ ਡਰ ਗਿਆ, ਤੇ ਭਾਈ ਮਣੀ ਸਿੰਘ ਸਾਹਿਬ ਆਖੇ ਨਾ ਜਲਾਦਾ ਮੈਂ ਡਰਿਆ ਨਹੀਂ, ਤੇਰੇ ਹਾਕਮਾਂ ਦਾ ਹੁਕਮ ਹੈ ਕਿ ਮਣੀ ਸਿੰਘ ਦਾ ਬੰਦ ਕੱਟਿਆ ਜਾਵੇ। ਤੇ ਸੱਜਣਾ, ਬੰਦ ਗੁੱਟ ਤੋਂ ਨਹੀਂ, ਬੰਦ ਪੋਟੇ ਤੋਂ ਸ਼ੁਰੂ ਹੁੰਦਾ। ਧਰਮ ਇਹਨੂੰ ਕਹਿੰਦੇ ਨੇ। ਧਰਮ ਇਹ ਨਹੀਂ ਹੁੰਦਾ ਵੀ ਜਿਹਦੇ ਮਰਜ਼ੀ ਪੈਰੀ ਜਾ ਕੇ ਪੈ ਜਾਓ। ਇੱਕ ਕਮਿਊਨਿਟੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਕੇ ਇਕੱਠ ਕਰ ਲਿਆ ਤੇ ਸਾਡੇ ਵਾਲੇ ਰੋਣ ਲੱਗ ਪਏ। ਉਹ ਕਮਿਊਨਿਟੀ ਸਾਡੇ ਨੂੰ ਹੋ ਕੇ ਨਿਕਲ ਗਈ, ਲੱਖਾਂ ਦਾ ਇਕੱਠ ਹੋ ਗਿਆ। ਉਹ ਸਿੰਘੋ, ਸਾਡੀ ਕੌਮ ਮਰਨ ਨਹੀਂ ਜੇ ਲੱਗੀ। ਵੱਡਾ ਘੱਲੂਘਾਰਾ ਹੋ ਕੇ ਹਟਿਆ। 35,000 ਸਿੰਘ ਸਿੰਘਣੀਆਂ ਅਜੇ ਪੈ ਸਨ ਮੈਦਾਨ ਵਿੱਚ, ਉਹਨਾਂ ਦੇ ਜਿਸਮਾਂ ਵਿੱਚੋਂ ਖੂਨ ਵੀ ਨਹੀਂ ਪੂਰੀ ਤਰ੍ਹਾਂ ਸੁੱਕਿਆ। ਔਰ ਸਿਮਿਆ ਜਾਂ ਅਬਦਾਲੀ ਇੱਕ ਢਾਬ ਤੇ ਪਾਣੀ ਪੀ ਰਿਹਾ ਕੰਢੇ ਦੇ, ਤੇ ਖਾਲਸਾ ਪੰਥ ਦੂਜੇ ਢਾਬ ਦੇ ਕੰਢੇ ਦੇ ਪਾਣੀ ਪੀ ਰਿਹਾ। ਇੱਕ ਨਿਹੰਗ ਸਿੰਘ ਨੇ ਨੇਜ਼ਾ ਉੱਚਾ ਕਰਕੇ ਆਖਿਆ, ਖਾਲਸਾ ਜੀ, ਇਸ ਅਬਦਾਲੀ ਨੂੰ ਅਸੀਂ ਕਾਬਲ ਪਹੁੰਚਣ ਤੋਂ ਪਹਿਲਾਂ ਜੁੱਤੀ ਜ਼ਰੂਰ ਫੇਰਨੀ ਜੀ। ਤਿਲ ਮਿਲਾ ਉੱਠਿਆ ਅਬਦਾਲੀ, ਕੰਨਾਂ ਨੂੰ ਹੱਥ ਲਾ ਕੇ ਕਹਿੰਦਾ, ਲਾਹੌਰ ਵਾਲਾ ਕੂਵਤ, ਇੱਕ ਐਸੀ ਕੌਮ ਸਾਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। 35,000 ਮੇਰੇ ਸਾਹਮਣੇ ਜੇ ਸਹਿਕ ਰਿਹਾ ਏ, ਇਹ 2-4 ਹੀ ਬਚੇ ਨੇ, ਕੋਈ ਗਿਣਤੀ ਜ਼ਿਆਦਾ ਨਹੀਂ। ਤੇ ਇਹ ਕਹਿੰਦੇ ਅਸੀਂ ਅਬਦਾਲੀ ਨੂੰ ਕਾਬਲ ਪਹੁੰਚਣ ਤੋਂ ਪਹਿਲਾਂ ਡਾਂਗ ਖੜਕਾਉਣੀ ਹੈ। ਇਹ ਹੁੰਦੀ ਹੈ ਜੋ ਕੌਮ ਦੇ ਜਿਉਂਦੀ ਹੋਣ ਦਾ ਸਬੂਤ, ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ। ਅੱਜ ਵੀ ਬੜਾ ਯਤਨ ਹੁੰਦਾ, ਮੈਂ ਮੰਨਦਾ ਇਸ ਗੱਲ ਨੂੰ। ਦਰਪੇਸ਼ ਚੁਣੌਤੀਆਂ ਮੇਰੀ ਕੌਮ ਦੇ ਅੱਗੇ ਜ਼ਰੂਰ ਆ ਸਕਦੀਆਂ ਨੇ, ਪਰ ਇਹ ਕੌਮ ਖਤਮ ਹੋਣ ਵਾਲੀ ਨਹੀਂ। ਇੱਕ ਦਿਨ ਮੈਂ ਡਾਕਟਰ ਇੰਦਰਜੀਤ ਸਿੰਘ ਗੋਗੋਵਾਲੀ ਸਾਹਿਬ ਤੋਂ ਬੈਠਾ, ਮੈਂ ਕਿਹਾ, ਚਾਚਾ ਜੀ, ਅਸੀਂ ਬੜਾ ਪ੍ਰਚਾਰ ਸਾਡੀਆਂ ਸਟੇਜਾਂ ਤੇ ਵੀ ਹੋਣ ਲੱਗ ਪਿਆ ਵੀ ਸਾਡੀ ਕੌਮ ਮਾਰੀ ਗਈ, ਅਸੀਂ ਲੁੱਟੇ ਗਏ, ਅਸੀਂ ਖਤਮ ਹੋ ਗਏ। ਉਹ ਕਹਿੰਦੇ ਵੀ ਬੇਟਾ, ਗੱਲ ਇਹ ਹੈ, ਜਦੋਂ ਅਸੀਂ ਨਹੀਂ ਸਾਣਾ ਪੰਥ ਉਦੋਂ ਵੀ ਚੜ੍ਹਦੀ ਕਲਾ ਵਿੱਚ ਸੀ, ਅਸੀਂ ਹਾਂ ਪੰਥ ਹੁਣ ਵੀ ਚੜ੍ਹਦੀ ਕਲਾ ਵਿੱਚ ਹੈ। ਨਿਰਸਨ ਦੇ ਅਸੀਂ ਨਹੀਂ ਹੋਵਾਂਗੇ, ਪੰਥ ਤਾਂ ਵੀ ਚੜ੍ਹਦੀ ਕਲਾ ਵਿੱਚ ਰਵੇਗਾ। ਉਹ ਸਿੱਖੋ, ਦੁਨੀਆ ਦੀਆਂ 195 ਕੰਟਰੀਆਂ ਦੇ ਵਿੱਚੋਂ 160 ਦੇਸ਼ਾਂ ਵਿੱਚ ਤੁਹਾਡਾ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਜੀ। ਸਿੱਖ ਕੌਮ ਤਲਵਾਰ ਚੋਂ ਸਿੱਖ ਕੌਮ ਤਲਵਾਰ ਚੋਂ ਹੋਈ ਪੈਦਾ, ਤੇਗਾਂ ਖਾਧੀਆਂ ਤੇਗਾਂ ਮਾਰੀਆਂ ਨੇ, ਵਗਦੇ ਲਹੂ ਚੋਂ ਰੰਗ ਕੇ ਲਾਲ ਕੱਪੜੇ, ਚੋਲੇ ਪਹਿਨ ਲੈ ਸੂਹੇ ਲਲਾਰੀਆਂ ਨੇ, ਜਦ ਵੀ ਦੇਸ਼ ਜਾ ਜਦ ਵੀ ਦੇਸ਼ ਜਾ ਕੌਮ ਤੇ ਬਣੀ ਵਿਪਤਾ, ਜਾਨਾਂ ਵਾਰ ਨੇ ਕਰ ਵਾਰੀਆਂ ਨੇ, ਮੁਫਤੋਂ ਮੁਫਤਤਾ ਮੰਗ ਕੇ ਨਹੀਂ ਲਈਆਂ ਸਿਰਾਂ ਦੇ ਨਾਲ ਸਰਦਾਰੀਆਂ ਨੇ, ਲਈਆਂ ਸਿਰਾਂ ਦੇ ਨਾਲ ਸਰਦਾਰੀਆਂ ਨੇ।
ਇਹਨਾਂ ਸਰਦਾਰਾਂ ਦੇ ਇੱਕ ਪਰਉਪਕਾਰ ਦੀ ਗਾਥਾ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਹੈ ਪਰਉਪਕਾਰੀ। ਪਰਉਪਕਾਰ ਦਾ ਕੁਝ ਅਰਥ ਬਣਦਾ ਹੈ। ਪਰ ਦਾ ਭਾਵ ਹੈ ਪਰਾਇਆ ਜਿਸ ਨੂੰ ਨਾ ਜਾਣਦੇ ਹੋਈਏ। ਉਪ ਦਾ ਭਾਵ ਹੈ ਉਸ ਨੂੰ ਉੱਚਿਆਂ ਚੁੱਕਣਾ। ਦੇ ਕਾਰ ਦਾ ਭਾਵ ਹੈ ਕਰਮ ਕਰਨਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਸਪੁੱਤਰ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਸਾਬੋ ਕੀ ਤਲਵੰਡੀ ਵਿਖੇ ਬੈਠੇ ਨੇ। ਉਹ ਤਲਵੰਡੀ ਜਿਹੜੀ ਸਾਬੋ ਦੇ ਹਿੱਸੇ ਆਈ। ਆ ਵੇਖੋ ਪੰਜਾਬ ਦੀ ਧਰਤੀ ਦੇ ਅਨੇਕਾਂ ਤਲਵੰਡੀਆਂ ਨੇ। ਤਲਵੰਡੀਆਂ ਦੇ ਨਾਮ ਨਾਲ ਜਾਂ ਤੇ ਕੁਝ ਅੱਗੇ ਲੱਗਦਾ ਜਾਂ ਮਗਰ ਲੱਗਦਾ। ਜਿਵੇਂ ਤਲਵੰਡੀ ਚੌਧਰੀਆਂ, ਤਲਵੰਡੀ ਸੋਭਾ ਸਿੰਘ, ਤਲਵੰਡੀ ਬੁੱਧ ਸਿੰਘ, ਜਿਵੇਂ ਰਾਏ ਭੋਜ ਦੀ ਤਲਵੰਡੀ। ਤਲਵੰਡੀ ਦਾ ਇੱਕ ਮੀਨਿੰਗ ਹੈ, ਇੱਕ ਅਰਥ ਨਿਕਲਦਾ। ਤਲ ਦਾ ਭਾਵ ਹੈ ਜ਼ਮੀਨ ਤੇ ਵੰਡੀ ਦਾ ਭਾਵ ਜਿਹਦੇ ਹਿੱਸੇ ਵਿੱਚ ਆ ਗਈ। ਸਾਬੋ ਦੇ ਹਿੱਸੇ ਆਈ ਹੋਈ ਤਲਵੰਡੀ, ਉਸ ਤਲਵੰਡੀ ਦੀ ਧਰਤੀ ਉੱਤੇ ਗੁਰੂ ਦੇ ਖਾਲਸੇ ਬੈਠੇ ਨੇ। ਜਾਂ ਵਿਚਾਰਾਂ ਚੱਲ ਰਹੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਥਾएं ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਕਸ਼ਮੀਰੀ ਪੰਡਤ ਆਏ। ਉਹਨਾਂ ਰੋ ਰੋ ਕੇ ਆਖਿਆ, ਮਹਾਰਾਜ ਸਾਡਾ ਤਿਲਕ ਖਤਰੇ ਵਿੱਚ ਪੈ ਗਿਆ, ਸਾਡਾ ਜੰਨੂ ਖਤਰੇ ਵਿੱਚ ਪੈ ਗਿਆ, ਸਾਡੀ ਬੋਦੀ ਖਤਰੇ ਵਿੱਚ ਪੈ ਗਈ, ਸਾਡਾ ਟਿੱਕਾ ਖਤਰੇ ਵਿੱਚ ਪੈ ਗਿਆ। ਮਹਾਰਾਜ ਇੱਥੋਂ ਤੱਕ ਸਾਡੇ 68 ਤੀਰਥ ਵੀ ਖਤਮ ਹੋਣ ਦਿੱਤੇ ਜਾ ਰਹੇ ਨੇ, ਕਿਰਪਾ ਕਰੋ ਸਾਡੀ ਬਾਹ ਫੜ ਲਓ। ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਹ ਫੜ ਲਈ। ਔਰੰਗਜ਼ੇਬ ਦੇ ਸਾਹਮਣੇ ਚਲੇ ਗਏ ਗੁਰੂ ਤੇਗ ਬਹਾਦਰ ਸਾਹਿਬ। ਤੇ ਔਰੰਗਜ਼ੇਬ ਨੇ ਆਖਿਆ, ਤੇਗ ਬਹਾਦਰ ਤੈਨੂੰ ਮੇਰੀ ਤੇਗ ਦੇ ਕੋਲੋਂ ਡਰ ਨਹੀਂ ਲੱਗਦਾ? ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਵਾਬ ਦਿੱਤਾ, ਔਰੰਗਜ਼ੇਬ ਤੇਗ ਦੇ ਧਣੀ ਨੂੰ ਤੂੰ ਤੇਗ ਕੀ ਵਿਖਾਉਂਦਾ ਹੈ? ਤੇਗ ਦੇ ਧਣੀ ਦੇ ਅੱਗੇ ਤੇਗ ਕੀ ਹੈ ਚੱਲਣੀ? ਤੇਗਾਂ ਨਾਲ ਖੇਡਿਆ ਮੈਂ ਵਾਂਗਰਾਂ ਖਿਡਾਉਣਿਆਂ ਦੇ, ਚੱਲ ਪਈਏ ਤੇਗ ਮੇਰੀ ਤੇਗ ਨਹੀਂ ਉਠਲਣੀ। ਤੇਗ ਬਹਾਦਰ ਦਾ ਮਿਲਿਆ ਖਿਤਾਬ ਮੈਨੂੰ, ਪਰ ਅੱਜ ਬਸਤੀ ਸ਼ਹੀਦਾਂ ਦੀ ਮੈਂ ਮਲਣੀ। ਚਮਕ ਪਈ ਜੇ ਅੱਜ ਦਿੱਲੀ ਵਿੱਚ ਤੇਗ ਮੇਰੀ, ਜੁਗਾਂ ਤੱਕ ਲੋ ਉਸ ਤੇਗ ਦੀ ਨਾ ਢਲਣੀ। ਹੋਰ ਸੁਣ, ਚੱਲੀ ਕਰਤਾਰਪੁਰ ਜੰਗ ਵਿੱਚ ਤੇਗ ਮੇਰੀ, ਤੇਗ ਮੇਰੀ ਚੱਲਦੀ ਨੂੰ ਵੇਖ ਵੈਰੀ ਕੰਬਦੇ, ਝੱਲਦੇ ਨਾ ਵਾਰ ਮੇਰੀ ਤੇਗ ਦਾ ਮੈਦਾਨੇ ਜੰਗ। ਧਰਤੀ ਦੇ ਉੱਤੇ ਕਈ ਯੋਧੇ ਪੈ ਹੰਬਦੇ, ਤੇਗਾਂ ਦੇ ਖਿਡਾਰੀ ਕਈ ਡਿੱਗਦੇ ਸੀ ਮੂੰਹ ਦੇ ਮੂੰਹ। ਖਾ ਖਾ ਕੇ ਤੇਗਾਂ ਕਈ ਯੋਧੇ ਪੈ ਹੰਬਦੇ, ਸੱਚ ਦੱਸਾਂ ਮੇਰੀ ਸੁਣ ਤੇਗ ਦਾ ਖੜਾ ਕੈਸਾ, ਤੇਗ ਵਿੱਚੋਂ ਸਭ ਨੂੰ ਭੁਲੇਖੇ ਪੈਂਦੇ ਬੰਬ ਦੇ। ਔਰੰਗਜ਼ੇਬ ਆਖਦੀ ਸੀ ਦੁਨੀਆ ਤਿਆਗ ਮਲ ਮੈਨੂੰ ਕਦੇ, ਪਰ ਪਿਤਾ ਕੋਲੋਂ ਧਨੀ ਤੇਗ ਦਾ ਸਦਾਇਆ ਮੈਂ। ਛੋਟੀ ਜਿਹੀ ਉਮਰੇ ਹੀ ਹੱਥ ਵਿੱਚ ਤੇਗ ਲੈ ਕੇ ਤੇਗ ਦਾ ਅਰਥ ਨਾਲ ਤੇਗ ਸਮਝਾਇਆ ਮੈਂ। ਚੱਲੀ ਮਜ਼ਲੂਮਾਂ ਉੱਤੇ ਕਦੇ ਨਹੀਂ ਉਹ ਤੇਗ ਮੇਰੀ, ਤੇਗ ਨਾਲ ਸਿਰ ਸਦਾ ਵੈਰੀਆਂ ਦਾ ਲਾਇਆ ਮੈਂ। ਪਉ ਵਿੰਡੀਆਂ ਨਾ ਭੈ ਖਾਦਾ ਕਦੇ ਤੇਗਾਂ ਵਾਲਾ, ਨਾ ਹੀ ਭੈ ਤੇਗਾਂ ਵਾਲਾ ਕਿਸੇ ਉੱਤੇ ਪਾਇਆ ਮੈਂ। ਔਰੰਗਜ਼ੇਬ ਆਪਣੀ ਤੇਗ ਜਲਾਲੁਦੀਨ ਦੇ ਅਕੋਰਡਿੰਗ ਚਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ। ਔਰ ਇਹ ਵਿਚਾਰਾਂ ਚੱਲ ਰਹੀਆਂ ਨੇ ਕਿ ਦੁਖੀ ਪੰਡਤਾਂ ਦੀ ਬਾਹ ਫੜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ। ਇਹਨੇ ਚਿਰ ਨੂੰ ਇੱਕ ਦੁਖਿਆਰਾ ਰੋਂਦਾ ਹੋਇਆ ਦਮਦਮਾ ਸਾਹਿਬ ਦੀ ਧਰਤੀ ਵੱਲ ਨੂੰ ਵੱਧ ਆ ਰਿਹਾ ਹੈ। ਬਾਹਾਂ ਉੱਚੀਆਂ ਕਰਕੇ ਕਹਿੰਦਾ ਆ ਰਿਹਾ ਹੈ, ਮੇਰੇ ਨਾਲ ਧੱਕਾ ਕਰਨ ਵਾਲਿਓ ਤੁਹਾਡਾ ਕੱਖ ਨਾ ਰਵੇ। ਜੋ ਕੋਈ ਤੁਸੀਂ ਮੇਰੇ ਨਾਲ ਕੀਤਾ ਹੈ ਭਗਵਾਨ ਕਰੇ ਉਹ ਤੁਹਾਡੇ ਨਾਲ ਹੋ ਬੀਤੇ ਤੇ ਤੁਹਾਨੂੰ ਪਤਾ ਲੱਗੇ ਦੁੱਖ ਕੀ ਹੁੰਦੇ ਨੇ। ਇੱਕ ਸਿੰਘ ਨੇ ਜੱਫਾ ਭਰ ਕੇ ਆਖਿਆ, ਬਾਬਾ ਚੰਗੀ ਭਲੀ ਕਥਾ ਚੱਲ ਰਹੀ ਸੀ, ਵਿਚਾਰਾਂ ਚੱਲ ਰਹੀਆਂ ਸਨ, ਆ ਕੇ ਰੰਗ 'ਚ ਭਾਂਗੀ ਪਾ ਦਿੱਤਾ ਹੀ। ਉਹਨੇ ਆਖਿਆ, ਸਿੰਘਾ ਮੈਨੂੰ ਰੋਕ ਨਾ, ਅੱਜ ਮੇਰੇ ਦਿਲ ਦਾ ਦੁਖੜਾ ਮੈਂ ਤੁਹਾਡੀ ਕੌਮ ਦੇ ਜਥੇਦਾਰ ਦੇ ਸਾਹਮਣੇ ਰੋਣਾ ਚਾਹੁੰਦਾ ਹਾਂ। ਕੌਮ ਦੇ ਜਥੇਦਾਰ ਨੇ ਆਖਿਆ ਇਸ ਨੂੰ ਅੱਗੇ ਲਿਆਂਦਾ ਜਾਵੇ। ਕੌਮ ਦਾ ਜਥੇਦਾਰ ਕੌਣ ਹੈ ਤੇ ਇਹ ਰੋਣ ਵਾਲਾ ਕੌਣ ਹੈ? ਆ ਕੇ ਕੌਮ ਦੇ ਜਥੇਦਾਰ ਨੂੰ ਕੀ ਕਹਿ ਰਿਹਾ ਹੈ? ਢਾਡੀ ਕਲਾ ਦੀ ਬੜੀ ਸੁੰਦਰ ਵਣਗੀ ਹੈ। ਉਹ ਦੁਖਿਆਰੇ ਨੇ ਜਦੋਂ ਆ ਕੇ ਹਾਲ ਪੁਕਾਰ ਕੀਤੀ ਨਾ ਤੇ ਕੌਮ ਦੇ ਜਥੇਦਾਰ ਨੇ ਆਖਿਆ, ਬਾਬਾ ਹੋਇਆ ਕੀ? ਤੇਰੇ ਨਾਲ ਕਿਸੇ ਨੇ ਧੱਕਾ ਕੀਤਾ, ਤੈਨੂੰ ਕਿਸੇ ਘਰੋਂ ਕੱਢ ਦਿੱਤਾ, ਜਾਂ ਤੇਰੀ ਭਰੀ ਸਭਾ ਦੇ ਵਿੱਚ ਬੇਇੱਜ਼ਤੀ ਕਰ ਦਿੱਤੀ? ਉਹ ਡਡਿਆ ਕੇ ਰੋ ਪਿਆ ਤੇ ਰੋਂਦਾ ਹੋਇਆ ਕੌਮ ਦੇ ਜਥੇਦਾਰ ਸਾਹਮਣੇ ਕੀ ਕੁਝ ਕਹਿ ਰਿਹਾ ਹੈ? ਢਾਡੀ ਕਲਾ ਦੀ ਬੜੀ ਸੁੰਦਰ ਵਣਗੀ ਹੈ। ਇਹਨੂੰ ਕਿਹਾ ਜਾਂਦਾ ਰਸਾਲੂ। ਮੈਂ ਬੇਨਤੀ ਕਰ ਦੇਵਾਂ, ਮੇਰੇ ਪੂਜਾ ਪਿਤਾ ਉਸਤਾਦ ਸਤਿਕਾਰਯੋਗ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ, ਦਾਦਾ ਉਸਤਾਦ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ BA ਸਾਹਿਬ ਕੈਨੇਡਾ ਵਾਲੇ ਅਤੇ ਪੜਦਾਦਾ ਉਸਤਾਦ ਸ਼੍ਰੋਮਣੀ ਢਾਡੀ, ਢਾਡੀਆਂ ਦੇ ਪਿਤਾਮਾ, ਢਾਡੀਆਂ ਦੇ ਪੈਗੰਬਰ ਸੁਲਤਾਨਨ ਢਾਡੀ, ਸੱਚਖੰਡ ਵਾਸੀ, ਗੁਰਪੁਰ ਵਾਸੀ ਸਤਿਕਾਰਯੋਗ ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਜੀ। ਉਹ ਕਿਆ ਕਰਦੇ ਸੀ, ਸਟੇਜਾਂ ਤੇ ਢੱਡਾਂ ਵੀ ਵੱਜਣਗੀਆਂ, ਸਰੰਗੀਆਂ ਵੀ ਵੱਜਣਗੀਆਂ, ਪਰ ਕਹਿੰਦੇ ਹਾਲਾਤ ਐਸੇ ਕ੍ਰੀਏਟ ਹੁੰਦੇ ਜਾ ਰਹੇ, ਐਸੇ ਉਤਪਨ ਹੁੰਦੇ ਜਾ ਰਹੇ ਹਾਲਾਤ ਕਿ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਢਾਡੀ ਕਲਾ ਖਤਮ ਹੋ ਜਾਵੇ। ਉਹਨੂੰ ਜਿਉਂਦਾ ਰੱਖਣ ਦਾ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ। ਇਹਨੂੰ ਢਾਡੀ ਕਲਾ ਵਿੱਚ ਰਸਾਲੂ ਕਹਿੰਦੇ ਜੋ ਸਿੰਘ ਗਾਉਣ ਲੱਗੇ ਨੇ। ਇਹ ਹੋਂਦ ਵਿੱਚ ਕਿਵੇਂ ਆਇਆ? ਰਾਜਾ ਸਾਲ ਹੋਇਆ ਤੇ ਰਾਜੇ ਸਾਲ ਦਾ ਪੁੱਤਰ ਹੋਇਆ ਰਾਜਾ ਸਲਵਾਨ, ਜਿਨੇ ਸਿਆਲਕੋਟ ਦਾ ਕਿਲਾ ਤਿਆਰ ਕਰਵਾਇਆ। ਰਾਜੇ ਸਲਵਾਨ ਦੇ ਅੱਗੇ 16 ਪੁੱਤਰ ਹੋਏ, ਜਿੱਚੋਂ ਦੋਵਾਂ ਦਾ ਨਾਮ, ਇੱਕ ਦਾ ਪੂਰਨ ਅਤੇ ਇੱਕ ਦਾ ਰਸਾਲੂ ਹੈ। ਪੂਰਨ ਵੀ ਇਸ ਕਲਾ ਤੇ ਗਾਇਆ ਜਾਂਦਾ ਹੈ
ਪਰ ਹੁਣ ਸਿੰਘ ਰਸਾਲੂ ਗਾਉਣ ਲੱਗੇ ਨੇ। ਇਹਨਾਂ ਦਾ ਅੱਗੇ ਪੁੱਤਰ ਆ ਸੁਹਾਦਾ, ਸੁਹਾਦੇ ਦਾ ਸੰਸਰਪਟ, ਸੰਸਰਪਟ ਦਾ ਰਾਹੂ ਕਿਰਤੂ, ਰਾਹੂ ਕਿਰਤੂ ਦਾ ਭਾਗਮਲ, ਭਾਗਮਲ ਦਾ ਬਿਗਾ ਮਲ, ਬਿਗਾ ਮਲ ਦਾ ਬੁੱਢਾ ਮਲ, ਬੁੱਢਾ ਮਲ ਉਹੀ ਹੈ ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਸੋਂ ਅੰਮ੍ਰਿਤ ਛਕਿਆ ਤੇ ਸਰਦਾਰ ਬੁੱਢਾ ਸਿੰਘ ਬਣਿਆ। ਅੱਗੇ ਸਰਦਾਰ ਬੁੱਢਾ ਸਿੰਘ ਦੇ ਦੋ ਸਪੁੱਤਰ ਹੋਏ, ਇੱਕ ਚੰਦਾ ਸਿੰਘ, ਇੱਕ ਨੌਧ ਸਿੰਘ। ਚੰਦਾ ਸਿੰਘ ਦੀ ਔਲਾਦ ਹੈ ਸੰਧਾ ਵਾਲੀਏ ਅਤੇ ਨੌਧ ਸਿੰਘ ਦੀ ਔਲਾਦ ਹੈ ਸ਼ੁਕਰ ਚੱਕੀਏ। ਸਰਦਾਰ ਨੌਧ ਸਿੰਘ ਦਾ ਸਪੁੱਤਰ ਹੋਇਆ ਚੜਤ ਸਿੰਘ ਸ਼ੁਕਰ ਚੱਕੀਆ। ਸਰਦਾਰ ਚੜ ਸਿੰਘ ਦਾ ਸਪੁੱਤਰ ਹੋਇਆ ਸਰਦਾਰ ਮਹਾਂ ਸਿੰਘ ਸ਼ੁਕਰ ਚੱਕੀਆ ਅਤੇ ਸਰਦਾਰ ਮਹਾਂ ਸਿੰਘ ਦਾ ਸਪੁੱਤਰ ਹੋਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਅੱਗੇ ਦੇ 7 ਪੁੱਤਰ ਹੋਏ ਖੜਕ ਸਿੰਘ, ਸ਼ੇਰ ਸਿੰਘ, ਤਾਰਾ ਸਿੰਘ, ਮੁਲਤਾਨਾ ਸਿੰਘ, ਦਲੀਪ ਸਿੰਘ, ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ। ਇਹਦੇ ਵੱਡ ਵਡੇਰਿਆਂ ਵਿੱਚੋਂ ਗਾਈ ਜਾਣ ਵਾਲੀ ਢਾਡੀ ਕਲਾਂ ਦੀ ਕਲਾਸਿਕਾ ਨਜ਼ਮ ਜਿਸ ਨੂੰ ਰਸਾਲੂ ਕਿਹਾ ਜਾਂਦਾ ਹੈ, ਸਿੰਘ ਗਾਉਣ ਲੱਗੇ ਨੇ। ਹੁਣ ਸੁਰਤੀ ਕਾਗਰ ਕਰਿਓ, ਤਣ ਕਰਕੇ ਇੱਥੇ ਬੈਠੋ, ਮਨ ਕਰਕੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਚਲੀਏ। ਕੌਮ ਦਾ ਜਥੇਦਾਰ ਸੋਭਾ ਪਾ ਰਿਹਾ ਹੈ, ਉਹਦੇ ਸਾਹਮਣੇ ਮਰਜੀਵੜੇ ਕੌਮ ਦੇ ਜੁਝਾਰੂ ਯੋਧੇ ਬੈਠੇ ਨੇ। ਇੱਕ ਦੁਖਿਆਰਾ ਆਦਮੀ ਆ ਕੇ ਉਸ ਕੌਮ ਦੇ ਜਥੇਦਾਰ ਸਾਹਮਣੇ ਰੋ ਰੋ ਕੇ ਕੀ ਕਹਿ ਰਿਹਾ ਹੈ, ਸਰਵਣ ਕਰਿਓ ਵੀ ਜਥੇਦਾਰ ਕੌਣ ਹੈ, ਦੁਖਿਆਰਾ ਕੌਣ ਹੈ ਤੇ ਦੁੱਖ ਕਿਹਦਾ ਗਾ ਰਿਹਾ ਹੈ। ਉਸ ਵੇਲੇ ਦਾ ਸੀਨ ਮਨ ਵੀ ਸੇ ਬੀਏ ਪਉ ਵਿੰਦਾ ਢਾਡੀ ਥਾਣਾ ਸ਼ਬਦਾਂ ਵਿੱਚ ਹੈ ਇਹੋ हो बाबा दीप सिंह जी दमदमे बाबा दीप सिंह जी दमदमे सी बैठे डेरा ला जिथे नवे पातशाह अपने जिथे नवे पातशाह अपने दिते चरण मुबारक पा जिथे दिता 10वें पातशाह जिथे दिता 10वें पातशाह हो जिथे दिता 10वें और की काशी ताई मसा जिथे सतगुर गुरु ग्रंथ दी
ਔ ਜਿੱਥੇ ਡੱਲੇ ਨੂੰ ਸਿੰਘ ਸਾਜਿਆ ਤੇ ਪੌਲ ਬਾਟੇ ਦੀ ਸ਼ਿਕਾਰ ਉਥੇ ਦੁਖੀਆ ਪੰਡਤ ਪਹੁੰਚਿਆ ਸੀ ਨੈੜੋ ਨੀਰ ਵਹਾ ਉਥੇ ਦੁਖੀਆ ਪੰਡਤ ਪਹੁੰਚਿਆ ਪੰਡਤ ਪਹੁੰਚਿਆ ਸੀ ਨੈਣੋ ਨੀਰ ਵਹਾ ਕਹਿੰਦਾ ਸੁਣ ਲਓ ਮੇਰੀ ਦਾਸਤਾਨ ਸੁਣ ਲੋ ਮੇਰੀ ਦਾਸਤਾਨ ਜੋ ਸਕਦਾ ਨਹੀਂ ਸੁਣਾ ਮੇਰੀ ਜੁਗ ਪਾਪੀ ਨੇ ਕੰਨਿਆ ਮੇਰੀ ਚੁੱਕ ਪਾਪੀ ਨੇ ਕੰਨਿਆ ਲਈਏ ਆਪਣੇ ਮਹਿਲੀ ਪਾ ਮੇਰੀ ਧੀ ਛੁਡਾ ਦੇ ਖਾਲਸਾ ਮੇਰੀ ਧੀ ਛੁਡਾ ਦੇ ਖਾਲਸਾ 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 ਹੋ ਮੇਰੀ ਧੀ ਛੁਡਾ ਦੇ ਖਾਲਸਾ ਨਹੀਂ ਤਾਂ ਮਰਸਾ ਮੈਂ ਕੁਝ ਖਾ ਕਹਿੰਦਾ ਪਉ ਵਿੰਡਿਆ ਹੋ ਰਿਆਸ ਨਹੀਂ ਪਉੰਡਿਆ ਹੋ ਰਿਆਸ ਨਹੀਂ ਜਿੱਥੇ ਕਰਾਂ ਫਰਿਆਦ ਬਜਾ ਕਹਿੰਦਾ ਪਉੰਡਿਆ ਹੋ ਰਿਆਸ ਨਹੀਂ ਹੋ ਦਮਦਮਾ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਮੁਬਾਰਕ ਚਰਨ ਪਾਏ। ਦਮਦਮਾ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰ ਕੀ ਕਾਂਛੀ ਵਸਾ ਦਿੱਤੀ। ਬੜਾ ਵੱਡਾ ਵਹਿਮ ਇੱਕ ਪੰਡਤਾਂ ਪਾਇਆ ਸੀ ਵੀ ਜਿਹੜਾ ਵਿਦਵਾਨ ਕਾਂਚੀ ਵਿੱਚ ਪੈਦਾ ਹੋ ਸਕਦਾ ਦੁਨੀਆ ਦੇ ਹੋਰ ਕਿਸੇ ਕੋਨੇ ਵਿੱਚ ਨਹੀਂ। ਸਤਿਗੁਰਾਂ ਨੇ ਸਾਰੇ ਵਹਿਮ ਕੱਢ ਦਿੱਤੇ। ਉਹੀ ਦਮਦਮਾ ਸਾਹਿਬ ਦੀ ਧਰਤੀ ਸੀ ਜਦੋਂ ਰਾਮ ਰਾਈਆਂ ਨੇ ਆਦ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਕੰਠ ਹੈ। ਤਰਕਵਾਦੀ ਬੜਾ ਸਵਾਲ ਕਰਦੇ ਪਰ ਮੈਂ ਉਹਦਾ ਜਵਾਬ ਦੇਣਾ ਚਾਹਣਾ। ਮਹਾਨ ਕੋਚ ਗੁਰਸ਼ਬਦ ਰਤਨਾਕਰ ਮਹਾਨ ਕੋਚ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਯਾਦ ਸੀ। ਸੰਪੂਰਨ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਫਿਰ ਆਦ ਬੀੜ ਨੂੰ ਨਵੇਂ ਸਿਰੇ ਤੋਂ ਲਿਖਾ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਵਾਈ। ਮੈਂ ਇੱਕ ਹੋਰ ਬੇਨਤੀ ਕਰ ਜਾਵਾਂ, ਤੁਸੀਂ ਜਿੰਨੇ ਕੁ ਵੀ ਟਿਕੇ ਹੋ ਬੜੇ ਟਿਕਾਓ ਵਿੱਚ ਬੈਠੇ ਜੇ। ਜਿਹੜਾ ਕਰਤਾਰਪੁਰ ਦੀ ਧਰਤੀ ਤੇ ਆਦ ਬੀੜ ਪਈ ਹੈ ਨਾ,
ਉਸ ਅਤੇ ਅੱਜ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਝ ਫਰਕ ਹੈ, ਕੁਝ ਅੰਤਰ ਹੈ। ਹੁਣ ਆਪ ਜੀ ਦੇ ਮਨ ਵਿੱਚ ਕਈ ਸਵਾਲ ਪੈਦਾ ਹੋਣਗੇ ਵੀ ਅੰਤਰ ਕੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਬਾਣੀ ਲਿਖਾਈ ਤੇ ਜਦੋਂ ਪੰਚਮ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਬਾਣੀ ਲਿਖਾਈ ਨਾ, ਜਦੋਂ ਪੰਜਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਆਦਬੀੜ ਲਿਖਾਈ, ਉਸ ਆਦਬੀੜ ਦੇ ਵਿੱਚ ਪਹਿਲੇ 5 ਗੁਰੂ ਸਾਹਿਬਾਨ ਦੀ ਗੁਰਬਾਣੀ ਸੀ। ਪਹਿਲੇ 5 ਗੁਰੂ ਸਾਹਿਬਾਨ, ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਉਸ ਆਦਬੀੜ ਦੇ ਵਿੱਚ 11 ਭੱਟਾਂ ਦੀ ਬਾਣੀ ਸੀ। ਭੱਟ ਸੱਲ ਜੀ, ਹਰਬੰਸ ਜੀ, ਕੱਲ ਸਾਰ ਜੀ, ਕੀਰਤ ਜੀ, ਗਜੰਦ ਜੀ, ਜਾਲਪ ਜੀ, ਨਲ ਜੀ, ਬੱਲ ਜੀ, ਭੱਲ ਜੀ, ਭਿੱਖਾ ਜੀ ਤੇ ਮਥੁਰਾ ਜੀ। ਉਸ ਆਦਬੀੜ ਦੇ ਵਿੱਚ 15 ਭਗਤਾਂ ਦੀ ਗੁਰਬਾਣੀ ਸੀ। ਭਗਤ ਸੂਰਦਾਸ ਜੀ, ਸੈਣ ਜੀ, ਸਦਨਾ ਜੀ, ਕਬੀਰ ਜੀ, ਜੈਦੇਵ ਜੀ, ਤਰਲੋਚਨ ਜੀ, ਧੰਨਾ ਜੀ, ਨਾਮਦੇਵ ਜੀ, ਪੀਪਾ ਜੀ, ਪਰਮਾਨੰਦ ਜੀ, ਫਰੀਦ ਜੀ, ਬੇਣੀ ਜੀ, ਰਾਮਾਨੰਦ ਜੀ ਤੇ ਰਵਿਦਾਸ ਜੀ। ਉਹਦੇ ਵਿੱਚ ਗੁਰਸਿੱਖਾਂ ਦੀ ਗੁਰਬਾਣੀ ਸੀ ਬਾਬਾ ਸੱਤਾ ਜੀ ਦੀ, ਬਾਬਾ ਸੁੰਦਰ ਜੀ, ਬਾਬਾ ਬਲਵੰਡ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਂ ਸਰਲੇਖ ਹੇਠ ਜਿਹੜੇ 3 ਸ਼ਲੋਕ ਦਰਜ ਨੇ। ਉਹ ਆਦਬੀੜ ਦੇ ਵਿੱਚ ਕੇਵਲ 30 ਰਾਗ ਸਨ, 31 ਨਹੀਂ। ਸਿਰੀ ਰਾਗ, ਮਾਝ, ਗੌੜੀ, ਆਸਾ, ਗੁਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਠ, ਧਨਾਸਰੀ, ਜੈਸਰੀ, ਟੋਡੀ, ਬੈਰਾੜੀ, ਤਿਲੰਗ, ਸੂਈ, ਬਿਲਾਵਲ, ਗੋਂਡ, ਰਾਮਕਲੀ, ਨਟ, ਨਾਰਾਇਣ, ਮਾਲੀ, ਗੌੜਾ, ਮਾਰੂ, ਤੁਖਾਰੀ, ਕਿਦਾਰਾ, ਭੈਰੋ, ਬਸੰਤ, ਸਾਰੰਗ, ਮਲਾਰ, ਕਾਂਡਾ, ਕਲਿਆਣ, ਪ੍ਰਭਾਤੀ। ਇੱਥੋਂ ਤੱਕ ਉਹ ਆਦਬੀੜ ਦੇ ਵਿੱਚ ਦਰਜ ਸੀ। ਹੁਣ ਸਵਾਲ ਉੱਠਦਾ ਵੀ ਜਦੋਂ ਦਸਮ ਪਾਤਸ਼ਾਹ ਨੇ ਆਦਬੀੜ ਨਵੇਂ ਸਿਰਿਓਂ ਲਿਖਵਾਈ, ਕਿਉਂਕਿ ਦਮਦਮਾ ਸਾਹਿਬ ਇਸ ਆਦਬੀੜ ਨੂੰ ਗੁਰੂ ਦੀ ਉਪਾਧੀ ਨਹੀਂ ਮਿਲੀ, ਇਹ ਹਜ਼ੂਰ ਸਾਹਿਬ ਜਾ ਕੇ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਦਿੱਤੀ। ਇਹ ਬੇਨਤੀ ਸਵੀਕਾਰ ਕਰਨੀ। ਦਮਦਮਾ ਸਾਹਿਬ ਦੀ ਧਰਤੀ ਦੇ ਫਿਰ ਦਸਵੇਂ ਪਾਤਸ਼ਾਹ ਨੇ ਸਿੰਘ ਸਾਹਿਬ ਭਾਈ ਮਣੀ ਸਿੰਘ ਅਤੇ ਸਿੰਘ ਸਾਹਿਬ ਬਾਬਾ ਦੀਪ ਸਿੰਘ ਜੀ ਪਾਸੋਂ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੁਆਰਾ ਉਚਾਰਨ ਕੀਤਾ ਗਿਆ 31ਵਾਂ ਰਾਗ ਜੈਜਾਵੰਤੀ, ਕੇਵਲ ਜੈਜਾਵੰਤੀ ਰਾਗ ਗੁਰੂ ਤੇਗ ਬਹਾਦਰ ਸਾਹਿਬ ਨੇ ਵਰਤਿਆ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ 59 ਸ਼ਬਦ ਅਤੇ 57 ਸ਼ਲੋਕ ਇਹ ਦਮਦਮਾ ਸਾਹਿਬ ਦੀ ਧਰਤੀ ਦੇ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਵਾਏ। ਇਹੋ ਹੀ ਦਮਦਮਾ ਸਾਹਿਬ ਦੀ ਧਰਤੀ ਜਿੱਥੋਂ ਦੀ ਮੈਂ ਗੱਲ ਕਰ ਰਿਹਾ, ਇੱਥੇ ਕਦੇ ਡੱਲੇ ਨੇ ਬੜੀਆਂ ਫੋੜਾਂ ਮਾਰੀਆਂ। ਮਹਾਰਾਜ ਮੈਨੂੰ ਯਾਦ ਕਰਦੇ, ਚਮਕੌਰ ਸਾਹਿਬ ਤੁਹਾਡੇ ਸਾਹਿਬਜ਼ਾਦੇ ਸ਼ਹੀਦ ਨਹੀਂ ਸੀ ਹੋਣੇ। ਪਾਤਸ਼ਾਹ ਨੇ ਆਖਿਆ ਕੋਈ ਗੱਲ ਨਹੀਂ ਡੱਲਿਆ, ਮਰਦਾਂ ਤੇ ਮੁਸੀਬਤ ਆਉਂਦੀ ਰਹਿੰਦੀ ਹੈ, ਪਰਖ ਲਿਆ ਜਾਵੇਗਾ। ਲਾਹੌਰ ਤੋਂ ਸਿੱਖ ਚਲਿਆ ਗਿਆ, ਮਾਰੇ ਬੰਦੂਕ ਤਿਆਰ ਕੀਤੀ ਹੈ। ਪਾਤਸ਼ਾਹ ਕਹਿੰਦੇ, ਸਿਆਣੇ ਕਹਿੰਦੇ ਨੇ ਵੀ ਹਥਿਆਰ ਤੇ ਯਾਰ ਵਕਤ ਤੋਂ ਪਹਿਲਾਂ ਪਰਖ ਲਓ। ਮਾਰੇ ਕਹਿੰਦੇ ਡੱਲਿਆ ਲਿਆ ਆਪਣਾ ਕੋਈ ਜਵਾਨ, ਅਸੀਂ ਨਿਸ਼ਾਨਾ ਪਰਖਣਾ ਹੈ। ਡੱਲੇ ਦੇ ਸਾਹ ਸੁੱਕ ਗਏ ਵੀ ਹੁਣ ਮਰਨ ਲਈ ਕਿਹੜਾ ਤਿਆਰ ਹੋਵੇ। ਫਿਰ ਆਖਿਰਕਾਰ ਕੈਂਪ ਵਿੱਚ ਪਹੁੰਚਿਆ, ਸਾਰੇ ਹੀ ਹੱਥ ਖੜੇ ਕਰ ਗਏ। ਉਹਨਾਂ ਕਹਾ ਚੌਧਰੀ ਸਾਹਿਬ ਤੁਹਾਡੀ ਮੱਤ ਨੂੰ ਕੀ ਹੋ ਗਿਆ, ਮੈਦਾਨੇ ਜੰਗ ਮਰਨਾ ਹੋਵੇ ਅਸੀਂ ਤਿਆਰ ਹਾਂ। ਉਹ ਆਈ ਮੌਤ ਕੌਣ ਮਰ ਜਾਵੇ, ਨਾ ਕੋਈ ਮਿਲਿਆ। ਤੇ ਪਾਤਸ਼ਾਹ ਨੇ ਆਖਿਆ ਡੱਲਿਆ ਪਰ ਛਾਤੀ ਸਾਹਮਣੇ ਕਰ। ਕਹਿੰਦਾ ਮਹਾਰਾਜ ਬੰਦੇ ਨੂੰ ਮਾਰ ਕੇ ਨਿਸ਼ਾਨਾ ਕਾਹਦਾ ਪਰਖਣਾ, ਕਿਸੇ ਜਾਨਵਰ ਤੇ ਪਰਖ ਲਿਆ ਜਾਵੇ। ਤੇ ਪਾਤਸ਼ਾਹ ਨੂੰ ਪਤਾ ਲੱਗ ਗਿਆ ਵੀ ਡੱਲਾ ਇੰਨੀ ਕਿ ਜੋਗਾ ਫੋੜਾ ਹੀ ਮਾਰਨ ਜੋਗਾ ਸੀ। ਮਹਾਰਾਜ ਨੇ ਆਵਾਜ਼ ਦਿੱਤੀ, ਪਿਓ ਪੁੱਤ ਭੱਜੇ ਆਏ। ਸਰਦਾਰ ਵੀਰ ਸਿੰਘ ਤੇ ਸਰਦਾਰ ਧੀਰ ਸਿੰਘ, ਦਮਦਮਾ ਸਾਹਿਬ ਉਹਨਾਂ ਦਾ ਪਾਵਨ ਸਥਾਨ ਬਣਿਆ, ਕਦੀ ਦਰਸ਼ਨ ਕਰਿਓ ਮਰਦਾਂ ਦੇ ਜਾ ਕੇ, ਬਹੁਤ ਸਥਾਨ ਨੇ ਉੱਥੇ ਦਰਸ਼ਨ ਕਰਨ ਨੂੰ। ਇੱਕ ਨੇ ਅੱਧਾ ਕ ਦਮਾਲਾ ਸਜਾਇਆ ਤੇ ਇੱਕ ਆਟਾ ਗੁੰਨਦਾ ਗੁੰਨਦਾ ਉਦਾਂ ਹੀ ਆ ਗਿਆ। ਇੱਕ ਪਿਓ ਹੈ ਇੱਕ ਪੁੱਤ ਹੈ, ਹੁਣ ਇੱਕ ਦੂਜੇ ਦੇ ਅੱਗੇ ਹੋ ਕੇ ਖਲੋਂਦੇ ਨੇ। ਪਿਓ ਕਹਿੰਦਾ ਮਹਾਰਾਜ ਪਹਿਲਾਂ ਆਵਾਜ਼ ਮੈਂ ਸੁਣੀ, ਤੇ ਪੁੱਤ ਕਹਿੰਦਾ ਪਾਤਸ਼ਾਹ ਪਹਿਲਾਂ ਆਵਾਜ਼ ਮੈਂ ਸੁਣੀ। ਪਿਓ ਕਹਿੰਦਾ ਮਹਾਰਾਜ ਪਹਿਲਾਂ ਮੇਰੀ ਛਾਤੀ ਵਿੱਚ ਗੋਲੀ ਮਾਰੋ, ਤੇ ਪੁੱਤ ਕਹਿੰਦਾ ਸਤਿਗੁਰੂ ਨਿਸ਼ਾਨਾ ਮੇਰੇ ਤੇ ਪਰਖਿਆ ਜਾਵੇ। ਤੇ ਮਹਾਰਾਜ ਨੇ ਆਖਿਆ ਡੱਲਿਆ ਕਲੀਆਂ ਫੋੜੋ ਨਾ ਕੁਝ ਨਹੀਂ ਬਣਦਾ, ਇਹੋ ਜੇ ਸਿੰਘ ਮੇਰੇ ਨਾਲ ਚਮਕੌਰ ਸਾਹਿਬ ਸੀ, ਜੇ ਤੇਰੇ ਵਰਗਾ ਇੱਕ ਵੀ ਹੁੰਦਾ ਤੇ ਸਾਨੂੰ ਸ਼ਾਇਦ ਚਮਕੌਰ ਚੋਂ ਹਾਰ ਮੰਨ ਕੇ ਤੁਰਨਾ ਪੈਂਦਾ। ਇਹੋ ਜੇ ਬਹਾਦਰ ਸਾਡੇ ਕੋਲ ਸਨ। ਡੱਲੇ ਨੇ ਆਖਿਆ ਮਹਾਰਾਜ ਫਿਰ ਪੀੜੀ ਜੋਗਾ ਥਾਂ ਦੇ ਦਿਓ। ਤੇ ਪਾਤਸ਼ਾਹ ਨੇ ਆਖਿਆ ਸਿੰਘ ਸਾਜਾ ਭਾਵੇਂ ਮੰਜਾ ਹੀ ਡਾਲੀ, ਸਿੰਘ ਸਜਣਾ ਪਵੇਗਾ। ਬੜਾ ਔਖਾ ਸਿੰਘ ਸਜਣਾ। ਮੇਰਾ ਇਹ ਨਹੀਂ ਵੀ ਗਿਣਤੀ ਵਧਾ ਲਓ, ਗਾਤਰੇ ਪਾ ਕੇ, ਸ਼੍ਰੀ ਸਾਹਿਬਾਂ ਪਾ ਕੇ, ਸੁੰਦਰ ਦਾੜੇ ਕੇਸ ਰੱਖ ਕੇ ਗਿਣਤੀ ਵਧਾਉਣ ਨਾਲ ਪੰਥ ਦਾ ਭਲਾ ਨਹੀਂ ਜਿਉਂਦਾ। ਮੈਂ ਬੇਨਤੀ ਕਰ ਦਵਾਂ, ਪੰਥ ਦਾ ਭਲਾ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਵਰਗੀਆਂ ਕੁਝ ਚੰਦ ਰੂਹਾਂ ਰਹਿਣੀ ਬਹਿਣੀ ਵਾਲੀਆਂ ਨਿਤਨੇਮੀ ਹੋ ਜਾਣ। ਜਦੋਂ ਚੜ੍ਹਦੀ ਕਲਾ ਵਾਲੇ ਕੌਮ ਦੇ ਵਿੱਚ ਆ ਜਾਣ, ਉਦੋਂ ਪੰਥ ਦਿਨੋਂ ਦਿਨ ਚੜ੍ਹਦੀ ਕਲਾ ਵਿੱਚ ਜਾਂਦਾ ਹੈ। ਮੈਂ ਬੇਨਤੀ ਕਰਾਂ ਇਸ ਦਰਬਾਰ ਦੇ ਉੱਤੇ ਕੌਮ ਦਾ ਜਥੇਦਾਰ, ਮਿਸਲ ਸ਼ਹੀਦਾਂ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਸਜੇ ਹੋਏ ਨੇ। ਇੱਕ ਦੁਖਿਆਰਾ ਪੰਡਤ ਆ ਗਿਆ, ਤੁਸੀਂ ਰਸਾਲੂ ਸਰਵਣ ਕਰ ਲਿਆ, ਮੈਂ ਬਹੁਤਾ ਨਹੀਂ ਇਹਨੂੰ ਐਕਸਪਲੇਨ ਕਰਨਾ। ਆ ਕੇ ਉਹਨੇ ਇੰਨੀ ਗੱਲ ਆਖੀ, ਬਾਬਾ ਜੀ ਮੇਰੇ ਨਾਲ ਬਹੁਤ ਧੱਕਾ ਹੋ ਗਿਆ, ਮੇਰੀ ਧੀ ਦਾ ਨਿਕਾਹ ਵਿਆਹ ਹੋਣ ਵਾਲਾ ਸੀ, ਰਾਤ ਨੂੰ ਅਸੀਂ ਵਿਆਹ ਕਰਨਾ ਸੀ, ਪਰ ਗੜੀ ਪੀਰਾਂ ਦਾ ਹਾਕਮ ਨਾਸਰਦੀਨ ਉਹ ਜ਼ਾਲਮ ਨੂੰ ਪਤਾ ਲੱਗ ਗਿਆ, ਉਹ ਮੇਰੀ ਧੀ ਅਤੇ ਮੇਰੀ ਨੌਂ ਨੂੰ ਦੋਵਾਂ ਨੂੰ ਚੁੱਕ ਕੇ ਲੈ ਗਿਆ। ਬਾਬਾ ਜੀ ਮੈਂ ਬੜੇ ਤਰਲੇ ਕੱਢੇ, ਮੈਂ ਪੰਚਾਇਤ ਖੜੀ, ਉਹਨੇ ਧੱਕੇ ਮਾਰ ਮਾਰ ਕੇ ਕੱਢ ਦਿੱਤਾ, ਬੇਇੱਜ਼ਤੀ ਕਰ ਦਿੱਤੀ। ਮੈਂ ਬੜੇ ਲੋਕਾਂ ਕੋਲ ਗਿਆ, ਦੇਵੀ ਦੇਵਤਿਆਂ ਦੇ ਟੱਲ ਖੜਕਾਏ,
ਕਿਸੇ ਮੇਰੀ ਬਾਂਹ ਨਹੀਂ ਜੇ ਫੜੀ। ਮੇਰੇ ਆਪਣੇ ਮੇਰਾ ਸਾਥ ਛੱਡ ਗਏ। ਜਿਹੜੇ ਰਿਸ਼ਤੇਦਾਰ ਵਿਆਹ ਦੇ ਵਿੱਚ ਚਾਹ ਨਾਲ ਆਏ ਸੀ ਉਹ ਗਮੀਆਂ ਦੇ ਹੰਝੂ ਸੁੱਟਦੇ ਸੁੱਟਦੇ ਮੇਰੇ ਘਰੋਂ ਚਲੇ ਗਏ। ਬਾਬਾ ਜੀ ਕਿਰਪਾ ਕਰੋ ਮੇਰੀ ਬਾਹ ਫੜ ਲਓ, ਮੇਰੀ ਨੌਂ ਤੇ ਧੀ ਨੂੰ ਛੁਡਾ ਲਿਆ ਜਾਵੇ। ਤੇ ਜੇ ਬਾਬਾ ਜੀ ਤੁਸੀਂ ਅੱਜ ਬਾਹ ਨਾ ਫੜੀ, ਯਾਦ ਰੱਖਿਓ ਤੁਹਾਡੇ ਭਰੇ ਦਰਬਾਰ ਦੇ ਵਿੱਚ ਮੈਂ ਕਟਾਰ ਮਾਰ ਕੇ ਮਰ ਜਾਵਾਂਗਾ। ਬਾਬਾ ਜੀ ਤੁਹਾਨੂੰ ਉਸ ਗੁਰੂ ਤੇਗ ਬਹਾਦਰ ਸਾਹਿਬ ਦਾ ਵਾਸਤਾ ਜਿਹਦੀ ਕਥਾ ਮੇਰੇ ਤੋਂ ਪਹਿਲਾਂ ਤੁਸੀਂ ਆ ਕੇ ਕਰ ਰਹੇ ਸੀ। ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਨਾਮ ਸੁਣਦਿਆਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜੋ ਤਾਰੇ ਖੰਡੇ ਉੱਤੇ ਰੱਖਿਆ ਹੱਥ ਤੇ ਆਖਿਆ ਪੰਡਤ ਜੀ ਫਿਕਰ ਨਾ ਕਰੋ, ਤੁਹਾਡੀ ਅਰਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਗਈ। ਗੁਰੂ ਗੋਬਿੰਦ ਸਿੰਘ ਦੇ ਨਾਤੀ ਸਪੁੱਤਰ ਪਾ ਕੇ ਗਲ ਵਿੱਚ ਪੱਲਾ ਖਲੋ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇੱਕ ਅਰਦਾਸਾ ਸੋਧਣ ਲੱਗੇ ਨੇ। ਅਰਦਾਸ ਅਸੀਂ ਵੀ ਬੜੀ ਕਰਦੇ ਹਾਂ, ਅਰਦਾਸ ਤੁਸੀਂ ਬੜੀ ਕਰਦੇ ਹੋ, ਪਰ ਮਰਦਾਂ ਦੀ ਅਰਦਾਸ ਤੇ ਸਾਡੀ ਅਰਦਾਸ ਵਿੱਚ ਕਿੰਨਾ ਕਰਤ ਹੈ ਨਾਲ ਤੇ ਸਰਵਣ ਕਰ ਲੈਣਾ। ਇਸ ਤੋਂ ਬਾਅਦ ਮੈਂ ਅਰਥ ਕਰਨ ਦਾ ਯਤਨ ਕਰਾਂਗਾ। ਕੌਮ ਦਾ ਜਥੇਦਾਰ ਲੈ ਕੇ ਕੌਮੀ ਪਰਵਾਨਿਆਂ ਨੂੰ ਸਿੰਘ ਸਾਹਿਬ ਬਾਬਾ ਦੀਪ ਸਿੰਘ ਪਾ ਕੇ ਗਲ ਵਿੱਚ ਪੱਲਾ ਤੋਂ ਧਾਰਾ ਖੰਡਾ ਲੈ ਕੇ ਹੱਥ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਇੰਜ ਕਰਦਾ ਹੈ। सुन लई सिंगा सूरिया जां विथया सारी, सुन लई सिंगा सूरिया जां विथया सारी। ओ सुन लई सिंगा सूरिया जां विथया सारी, सुन लई सिंगा सूरिया जां विथया सारी। ओ सीने वती आन के दुख भरी कटारी, सीने वती आन के दुख भरी कटारी। ओ सीने वती आन के दुख भरी कटारी, सीने वजी आन के दुख भरी कटारी, सीने वजी आन के दुख भरी कटारी। ओ चरनी गुर दशमेश दे चरनी गुर दशमेश दे फिर अर्ज गुजारी, चरनी गुर दशमेश दे फिर अर्ज गुजारी। और चरनी गुर दशमेश दे फिर अर्ज गुजारी, चरनी गुर दशमेश दे फिर अर्ज गुजारी। हो तू है दाता जगत दा प्रभ पालनहारी, तू है दाता जगत दा प्रभ पालनहारी। ओ तू है दाता जगत दा प्रभ पालनहारी, तू है दाता जगत दा प्रभ पालनहारी। ओ कस के राखी योधिया
ਕੇ ਰਾਖੀ ਯੋਧਿਆਂ ਯੋਧਿਆਂ ਕਰ ਲਈ ਤਿਆਰੀ ਕੱਸ ਕੇ ਰਾਖੀ ਯੋਧਿਆਂ ਕਰ ਲਈ ਤਿਆਰੀ ਓ ਕੱਸ ਕੇ ਰਾਖੀ ਯੋਧਿਆਂ ਕਰ ਲਈ ਤਿਆਰੀ ਕੱਸ ਕੇ ਰਾਖੀ ਯੋਧਿਆਂ ਕਰ ਲਈ ਤਿਆਰੀ ਆਓ ਦਰਗਾਹਪੁਰੀਆ ਚੜ ਪਏ ਚੜ ਪਏ ਚੜ ਪਏ ਦਰਗਾਹਪੁਰੀਆ ਚੜ ਪਏ ਯੋਧੇ ਬਲਕਾਰੀ ਦਰਗਾਹਪੁਰੀਆ ਚੜ ਪਏ ਯੋਧੇ ਬਲਕਾਰੀ ਓ ਦਰਗਾਹਪੁਰੀਆ ਚੜ ਪਏ ਯੋਧੇ ਬਲਕਾਰੀ ਦਰਗਾਹਪੁਰੀਆ ਚੜ ਪਏ ਯੋਧੇ ਬਲਕਾਰੀ ਦਰਗਾਹਪੁਰੀਆ ਚੜ ਪਏ ਯੋਧੇ ਬਲਕਾਰੀ ਯੋਧੇ ਬਲਕਾਰੀ ਯੋਧੇ ਬਲਕਾਰੀ ਹੋ ਸਿੱਖ ਕੌਮ ਸਮੁੱਚੇ ਤੌਰ ਤੇ ਬਹਾਦਰਾਂ ਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਿੱਖ ਕੌਮ ਸਮੁੱਚੀ ਬਹਾਦਰਾਂ ਦੀ ਹੈ, ਪਰ ਮੈਂ ਬੇਨਤੀ ਇਹ ਕਰਾਂ ਵੀ ਬਹਾਦਰ ਸ਼ਬਦ ਕੇਵਲ ਤਿੰਨਾਂ ਦੇ ਨਾਲ ਲੱਗਾ। ਕੌਮ ਸਾਰੀ ਬਹਾਦਰਾਂ ਦੀ ਹੈ, ਪਰ ਲਕਬ ਬਹਾਦਰੀ ਦੇ ਤਿੰਨਾਂ ਨੂੰ ਮਿਲੇ। ਉਹ ਤਿੰਨ ਕਿਹੜੇ ਕਿਹੜੇ ਨੇ? ਪਹਿਲੇ ਬਹਾਦਰ ਨੇ ਧੰਨ ਬਹਾਦਰ ਬਾਬਾ ਬਿਧੀ ਚੰਦ ਜੀ। ਬਾਬਾ ਬਿਧੀ ਚੰਦ ਨੂੰ ਛੇਵੇਂ ਪਾਤਸ਼ਾਹ ਨੇ ਸੀਨਾ ਬਣਾ ਕੇ ਆਖਿਆ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਬਿਧੀ ਚੰਦ ਜੀ ਤੁਸੀਂ ਸਾਡੇ ਸੀਨੇ ਹੋ ਤੇ ਤੁਸੀਂ ਬਹਾਦਰਾਂ ਵਾਲੀਆਂ ਕਰ ਵਿਖਾਈਆਂ, ਤੁਸੀਂ ਬਹਾਦਰ ਹੋ। ਦੂਸਰੇ ਬਹਾਦਰ ਨੇ ਗੁਰੂ ਤੇਗ ਬਹਾਦਰ ਸਾਹਿਬ ਤੇਗ ਚਲਾਈ। ਛੇਵੇਂ ਪਾਤਸ਼ਾਹ ਨੇ ਆਖਿਆ, ਕੌਣ ਕਹਿੰਦਾ ਤੁਸੀਂ ਤਿਆਗ ਮੰਨ ਲਓ, ਤੁਸੀਂ ਦੇ ਤੇਗ ਦੇ ਧਨੀ ਹੋ, ਤੇਗ ਬਹਾਦਰ ਹੋ। ਤੇ ਤੀਸਰਾ ਬਹਾਦਰ ਮੇਰੇ ਤੋਂ ਪਹਿਲਾਂ ਮੇਰੇ ਪੂਜਾ ਪਿਤਾ ਜੀ ਨੇ ਆਪ ਜੀ ਨਾਲ ਪ੍ਰਸੰਗ ਸਾਂਝਾ ਕੀਤਾ, ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ। ਮੈਂ ਬੇਨਤੀ ਕਰਾਂ, ਪਹਿਲੇ ਬਹਾਦਰ ਬਾਬਾ ਬਿਧੀ ਚੰਦ ਦੀ ਅੰਸ ਬੰਸ ਸਿੰਘ ਸਾਹਿਬ, ਬਾਬਾ ਅਵਤਾਰ ਸਿੰਘ ਸਾਹਿਬ ਜੀ ਸੁਰ ਸਿੰਘ ਵਾਲੇ, ਔਰ ਤਿੰਨਾਂ ਦੇ ਲਗਤੇ ਜਿਗਰ ਬਾਬਾ ਚਰਨਜੀਤ ਸਿੰਘ ਸਾਹਿਬ ਜੀ। ਉਹ ਗੁਰੂ ਕੀ ਸੰਗਤ ਦੇ ਵਿੱਚ ਤੁਹਾਡੇ ਸੱਦੇ ਦੇ ਪਹੁੰਚੇ ਨੇ, ਦਰਸ਼ਨ ਦਿਦਾਰੇ ਸੰਗਤਾਂ ਦੇ ਕਰ ਰਹੇ ਨੇ। ਉਹਨਾਂ ਵੱਲੋਂ ਬੇਅੰਤ ਅਸੀਸਾਂ ਭੇਜੀਆਂ ਗਈਆਂ। 4 ਤਰੀਕ ਨੂੰ ਮਹਾਂਪੁਰਸ਼ਾਂ ਵੱਲੋਂ ਹੁਕਮ ਵੀ ਹੋਇਆ ਸਾਲਾਨਾ ਜੋੜ ਮੇਲੇ ਤੇ 4 ਅਤੇ 5 ਤਰੀਕ ਨੂੰ ਸੁਰ ਸਿੰਘ ਦੀ ਧਰਤੀ ਤੇ ਬੜੀ ਚੜ੍ਹਦੀ ਕਲਾ ਨਾਲ ਇੱਕ ਜੋੜ ਮੇਲਾ ਮਨਾਇਆ ਜਾ ਰਿਹਾ। ਇੱਕ ਬੇਨਤੀ ਹੈ, ਗੱਡੀ ਨੰਬਰ 4205 ਗੱਡੀ ਨੰਬਰ 4205 ਉਹ ਸਾਈਡ ਤੇ ਕਰ ਲਈ ਜਾਵੇ। ਜਿਸ ਵੀ ਵੀਰ ਭਰਾ ਦੀ ਹੋਵੇ, ਉਹ ਰਸਤੇ ਵਿੱਚ ਹੋ ਸਕਦਾ ਲੱਗੀ ਹੋਵੇ ਤਾਂ ਪਰੇਸ਼ਾਨੀ ਆ ਰਹੀ ਹੈ। ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਮਿੰਟ ਮੇਰੇ ਕੋਲ 5 ਕੀ ਬਚੇ ਨੇ, ਮੈਂ ਇੱਕ ਵਾਰ ਕਹਿ ਕੇ ਲਾਂਭੇ ਹੋ ਜਾਣਾ ਤੇ ਹੁਣ ਸੁਰਤੀ ਨੂੰ ਥੋੜੇ ਜਿਹਾ ਇਕਾਗਰ ਕਰਕੇ ਬੈਠਣ ਦਾ ਯਤਨ ਕਰਿਓ। ਬਾਬਾ ਦੀਪ ਸਿੰਘ ਸਾਹਿਬ ਨੇ ਅਰਦਾਸ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਕਿ ਪਾਤਸ਼ਾਹ ਤੇਰੇ ਨਾਦੀ ਸਪੁੱਤਰ ਅੱਜ ਇੱਕ ਦੁਖਿਆਰੇ ਦੀ ਬਾਹ ਫੜਨ ਵਾਸਤੇ ਤੇ ਪਰਉਪਕਾਰ ਕਰਨ ਵਾਸਤੇ ਚੱਲੇ ਨੇ। ਮੈਂ ਇੱਕ ਬੇਨਤੀ ਕਰਨ ਲੱਗਾ, ਗੌਰ ਕਰਿਓ ਇਸ ਤੇ। ਔਲਾਦ 2 ਤਰ੍ਹਾਂ ਦੀ ਹੁੰਦੀ ਹੈ, ਔਲਾਦ 2 ਤਰ੍ਹਾਂ ਦੀ, ਤੇ ਪੁੱਤ 3 ਤਰ੍ਹਾਂ ਦਾ ਹੁੰਦਾ ਹੈ। ਔਲਾਦ 2 ਤਰ੍ਹਾਂ ਦੀ ਕਿਹੜੀ ਹੈ ਤੇ ਪੁੱਤ 3 ਤਰ੍ਹਾਂ ਦਾ ਕਿਹੜਾ ਹੈ? ਇੱਕ ਹੁੰਦੀ ਹੈ ਨਾਦੀ ਔਲਾਦ ਤੇ ਇੱਕ ਹੁੰਦੀ ਹੈ ਬਿੰਦੀ ਔਲਾਦ। ਬਿੰਦੀ ਔਲਾਦ ਉਸ ਨੂੰ ਕਹਿੰਦੇ ਨੇ ਜਿਹਦੀ ਪ੍ਰਥਾਏ ਬਾਣੀ ਕਹਿੰਦੀ ਹੈ ਮਾਤ ਪਿਤਾ ਬਿਨ ਬਾਲ ਨਾ ਹੋਈ, ਕਿ ਮਾਂ-ਬਾਪ ਦੇ ਸਹਿਯੋਗ ਤੋਂ ਪੈਦਾ ਹੋਣ ਵਾਲੇ ਬੱਚੇ ਨੂੰ ਬਿੰਦੀ ਔਲਾਦ ਕਿਹਾ ਜਾਂਦਾ, ਜਿਹੜਾ ਰਕਤ ਤੋਂ ਪੈਦਾ ਹੁੰਦਾ ਹੈ। ਨਾਦੀ ਔਲਾਦ ਕਿਹਨੂੰ ਕਹਿੰਦੇ ਨੇ? ਜਿਹੜਾ ਕਿਸੇ ਦਾ ਅਨੰਤ ਨਾਦ ਸੁਣ ਕੇ, ਕਿਸੇ ਦਾ ਨਾਦ ਸੁਣ ਕੇ ਕਿਸੇ ਦੇ ਧਰਮ ਨੂੰ ਐਕਸੈਪਟ ਕਰਦਾ, ਅਡਾਪਟ ਕਰਦਾ, ਕਿਸੇ ਦੇ ਧਰਮ ਵਿੱਚ ਦਾਖਲ ਹੋ ਜਾਂਦਾ ਹੈ, ਉਹਨੂੰ ਨਾਦੀ ਔਲਾਦ ਕਹਿੰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਹਿਦ 4 ਸਾਹਿਬਜ਼ਾਦੇ ਬਿੰਦੀ ਔਲਾਦ ਨੇ। 4 ਸਾਹਿਬਜ਼ਾਦੇ, ਜਿਨ੍ਹਾਂ ਵਿੱਚੋਂ ਇੱਕ ਦੁਖਾਂਤ ਹੈ ਵੀ ਮੇਰੀ ਅੱਜ ਦੀ ਜਨਰੇਸ਼ਨ ਨੂੰ ਸ਼ਾਇਦ ਉਹ 4 ਸਾਹਿਬਜ਼ਾਦਿਆਂ ਦੇ ਨਾਂ ਦਾ ਨਹੀਂ ਪਤਾ। ਕਿਸੇ ਸਿੰਗਰ ਦਾ ਗਾਣਾ ਪੁੱਛ ਲਓ, ਕੱਲੇ ਕੱਲੇ ਬੋਲ ਤੇ ਕੱਲਾ ਕੱਲਾ ਟੱਪਾ ਸੁਣਾ ਦੇਣਗੇ, ਪਰ ਸ਼ਾਇਦ ਮੇਰੇ ਬੱਚਿਆਂ ਨੂੰ, ਮੇਰੀ ਕੌਮ ਦੇ ਬੱਚਿਆਂ ਨੂੰ ਆਪਣੇ 4 ਸਾਹਿਬਜ਼ਾਦਿਆਂ ਦੇ ਨਾਂ ਦਾ ਪਤਾ ਹੋਵੇ। ਮੈਂ ਬੇਨਤੀ ਇੱਕ ਕੀਤੀ ਸੀ ਅਰੰਭਤਾ ਦੇ ਵਿੱਚ ਵੀ ਮੇਰੀ ਕੌਮ ਕੋਲ ਇਤਿਹਾਸ ਪੜ੍ਹਨ ਦਾ ਖੁਦ ਸਮਾਂ ਨਹੀਂ, ਤੇ ਜਿਹੜੇ ਸੁਣਦੇ ਨੇ ਆ ਝਾਤੀ ਮਾਰ ਲਓ। ਮੈਂ ਤੇ ਫਿਰ ਵੀ ਤੁਹਾਨੂੰ ਮੁਬਾਰਕਬਾਦ ਦੇਣਾ ਵੀ ਤੁਹਾਡੇ ਦੀਵਾਨ ਵਿੱਚ ਕੁਝ 18 ਸਾਲ ਤੋਂ ਲੈ ਕੇ ਤੇ ਬੱਕੀ ਉਮਰ ਦੇ ਬੈਠੇ ਨੇ, ਨਹੀਂ ਤੇ ਦੀਵਾਨਾਂ ਵਿੱਚ ਸੰਗਤ ਜੀ ਸਾਨੂੰ 35-40 ਸਾਲ ਤੋਂ ਉੱਪਰ ਵਾਲੇ ਸਿੰਘ ਹੀ ਮਿਲਦੇ ਨੇ। ਤੇ ਦੀਵਾਨ ਲਗਾਏ ਕਿਹਨਾਂ ਲਈ ਜਾਂਦੇ? ਨੌਜਵਾਨਾਂ ਲਈ, ਤਾਂ ਕਿ ਸਾਡੀ ਕੌਮ ਸਿੱਧੇ ਰਸਤੇ ਪੈ ਜਾਵੇ। ਮੇਰੀ ਕੌਮ ਵਿੱਚ ਇੱਕ ਕਰੇਜ਼ ਪੈਦਾ ਹੋ ਗਿਆ ਆਇਲਸ ਦਾ, ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ, ਇੱਕ ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਸਿੱਖਣ ਦਾ ਢਾਂਚਾ। ਇਹ ਮੇਰੀ ਕੌਮ ਵਿੱਚ ਇੱਕ ਕਰੇਜ਼ ਪੈਦਾ ਹੋਇਆ ਵੀ ਅਸੀਂ ਆਇਲਸ ਕਰਨਾ, ਹੋਰ ਕੁਝ ਨਹੀਂ ਕਰਨਾ।
ਔਰ ਇਹ ਕਰਕੇ ਵਿਦੇਸ਼ ਜਾਣਾ ਹੈ। ਆਪਣੀ ਮਾਤ ਭਾਸ਼ਾ ਊੜੇ ਨਾਲੋਂ ਤੇ ਜੂੜੇ ਨਾਲੋਂ ਦੋਵਾਂ ਨਾਲੋਂ ਟੁੱਟਦੇ ਜਾ ਰਹੇ ਨੇ। ਇਹ ਮੇਰੀ ਕੌਮ ਦਾ ਬੜਾ ਵੱਡਾ ਦੁਖਾਂਤ ਹੈ। ਇਹ ਸਮਝਣ ਦੀ ਲੋੜ ਹੈ। ਕਈ ਵਾਰ ਅਸੀਂ ਕੰਨ ਰਸ ਸਮਝ ਕੇ ਇਧਰੋਂ ਸੁਣੀ ਤੇ ਇਧਰੋਂ ਕੱਢ ਦਿੱਤੀ, ਤੇ ਕਈ ਇਧਰੋਂ ਵੀ ਨਹੀਂ ਅੰਦਰ ਜਾਣ ਦਿੰਦੇ, ਇਧਰੋਂ ਕੱਢ ਦਿੰਦੇ ਨੇ। ਪਰ ਹੈ ਦੁਖਾਂਤ। ਮੈਂ ਬੇਨਤੀ ਕਰ ਰਿਹਾ, ਮੇਰੀ ਕੌਮ ਨੂੰ ਖੁਦ ਇਤਿਹਾਸ ਪੜ੍ਹਨਾ ਪਵੇਗਾ ਤੇ ਫਿਰ ਇਹ ਲੀ ਤੇ ਪੈ ਸਕਦੀ ਹੈ। ਵਿਸ਼ੇ ਬੜੇ ਲੰਬੇਰੇ ਨੇ, ਜੇ ਮੈਂ ਜ਼ਿਆਦਾ ਛੇੜ ਬੈਠਾ ਤੇ ਮੇਰਾ ਸਮਾਂ ਜ਼ਿਆਦਾ ਇਧਰ ਨਿਕਲ ਜਾਵੇਗਾ। ਪਰ ਇੱਕ ਦੁਖਿਆਰਾ ਪੰਡਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਤੀ ਸਪੁੱਤਰਾਂ ਕੋਲ ਆਇਆ। ਔਲਾਦ ਤੇ ਦੋ ਤਰ੍ਹਾਂ ਦੀ, ਪੁੱਤਰ ਤਿੰਨ ਤਰ੍ਹਾਂ ਦਾ ਹੁੰਦਾ। ਇੱਕ ਹੁੰਦਾ ਪੁੱਤ, ਸਪੁੱਤ ਤੇ ਕਪੁੱਤ। ਇਹਦੀ ਡੈਫੀਨੇਸ਼ਨ ਵੱਲ ਜਾ ਤੇ ਬੜਾ ਸਮਾਂ ਲੱਗ ਜਾਵੇਗਾ। ਪਰ ਨਾਤੀ ਔਲਾਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਬਾ ਦੀਪ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਅਰਦਾਸਾ ਸੋਧ ਦਿੱਤਾ। ਬਾਬਾ ਜੀ ਨੇ ਆਖਿਆ, ਮਹਾਰਾਜ ਕਦੇ ਤੁਹਾਡੇ ਦਰਬਾਰ ਵਿੱਚ ਦੇਵੀਦਾਸ ਬ੍ਰਾਹਮਣ ਆਇਆ, ਬਸੀ ਪਠਾਣਾ ਦਾ ਹਾਕਮ ਉਹਦੀ ਘਰ ਵਾਲੀ ਚੁੱਕ ਕੇ ਲੈ ਗਿਆ, ਤੇ ਫਿਰ 10ਵੇਂ ਪਾਤਸ਼ਾਹ ਨੇ ਆਪਣੇ ਜੇਠੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਭੇਜਿਆ। ਉਹ ਸਾਹਿਬਜ਼ਾਦਾ ਅਜੀਤ ਸਿੰਘ ਚੜ੍ਹਦੀ ਜਵਾਨੀ ਵੇਸੀ, ਉਹਦੀ ਨੁਹਾਰ ਕੈਸੀ ਸੀ। ਗਿਆਨੀ ਗਿਆਨ ਸਿੰਘ ਨੇ ਇੱਕ ਸਵਈਆ ਲਿਖਿਆ ਹੈ ਸਾਹਿਬਜ਼ਾਦਾ ਅਜੀਤ ਸਿੰਘ ਦੀ ਚੜ੍ਹਤ ਬਾਰੇ, ਕਿ ਸਾਹਿਬਜ਼ਾਦਾ ਕੈਸਾ ਲੱਗਦਾ, ਨੌਜਵਾਨ ਦੀ ਚੜ੍ਹਤ ਵੇਖਿਓ। ਸਵਈਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਸੀ, ਸਾਰੇ ਪੜ੍ਹਦੇ ਆ। ਉਹਨੂੰ ਪੜ੍ਹਨ ਦੀ ਇੱਕ ਚਾਲ ਹੈ, ਇੱਕ ਬਹਿਰ ਇੱਕ ਲੈ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੈ ਨਹੀਂ ਆਨਿਓ। राम रहीम पुराण कुरान अनेक कहें मत एक न मान्यो। सिमरत शास्त्र वेद सबै बहु भेद कहें हम एक न जान्यो। सिरी सपान कृपा तुमरी कर मैं ना कहो सब तोहे बखान्यो। ते सवैया लिखा ज्ञानी ज्ञान सिंह ने। ਉਹ ਸਾਹਿਬਜ਼ਾਦਾ ਅਜੀਤ ਸਿੰਘ ਦੀ ਚੜ੍ਹਤ ਲਿਖਦੇ ਬ੍ਰਿਜ ਭਾਸ਼ਾ ਦਾ ਸਵਈਆ ਹੈ। ਕਲਮ ਗਿਆਨੀ ਗਿਆਨ ਸਿੰਘ ਦੀ, ਭਾਸ਼ਾ ਬ੍ਰਿਜ, ਤੇ ਚੜ੍ਹਤ ਸਾਹਿਬਜ਼ਾਦਾ ਅਜੀਤ ਸਿੰਘ ਦੀ, ਨਜ਼ਰੇ ਬਿਆਨੀ ਤੁਹਾਡੇ ਸਿੱਖ ਸੇਵਕਾਂ ਦੀ। ਉਹ ਕੀ ਲਿਖਦੇ? ਉਹ ਕਹਿੰਦੇ ਗੁਰ ਬਾਲਕ ਬਾਲਕ ਰੂਪ ਅਨੁਪਮ ਅੰਗਣ ਪੇਖ ਅਨੰਗ ਸੁਲਝ। ਜਿਵੇਂ ਆਕਾਸ਼ ਤੋਂ ਪਾਣੀ ਧਰਤੀ ਤੇ ਡਿੱਗਦਾ ਨਾ, ਵਿੱਚ ਰੁਕਾਵਟ ਕੋਈ ਨਹੀਂ ਪੈਂਦੀ। ਇਹ ਸਵਈਆ ਇਸ ਤਰ੍ਹਾਂ ਚੱਲਦਾ ਹੈ। ਕਦੇ ਕਵੀ ਸੰਤੋਖ ਸਿੰਘ ਨੇ ਸਵਈਆ ਲਿਖਿਆ ਸੀ 10ਵੇਂ ਪਾਤਸ਼ਾਹ ਸਿਫਤ ਵਿੱਚ। ਉਹ ਕਹਿੰਦੇ ਸੀ, ਹਰ ਗੋਬਿੰਦ ਨੰਦਨ ਨੰਦਨ ਕੋ ਅਭਿਨੰਦਨ ਕੇ ਪਦ ਜੇ ਅਰਬਿੰਦੂ। ਦੁਖ ਤੁੰਦ ਨਿਕੰਦਨ ਆਨੰਦ ਕੰਦ ਮਕੰਦ ਬਿਲੰਦ ਕਰੇ ਜਿਨ ਹਿੰਦੂ। ਧੁਰ ਕਿੰਦ ਉਡਿੰਦ ਦਿਨਿੰਦ ਤਿਨੈ ਗੁਰੂ ਗੋਬਿੰਦ ਸਿੰਘ ਸਬੈ ਜਗ ਬਿੰਦੂ। ਸਰਪਿੰਦ ਖਗਿੰਦ ਗਨਿੰਦ ਤੁਲਮੰਡ ਤੁਲੰਗ ਬਲਵੰਡ ਅਖੰਡ ਸੁਰਿੰਦ ਇੰਦੂ। ਸਵਈਆ ਤੇ ਸਵਈਆ ਸਾਹਿਬਜ਼ਾਦਾ ਅਜੀਤ ਸਿੰਘ ਦੀ ਚੜ੍ਹਤ ਲਿਖਿਆ ਗਿਆਨੀ ਗਿਆਨ ਸਿੰਘ ਨੇ। ਉਹ ਕਹਿੰਦੇ ਗੁਰਬਾਲ ਕਬਾਲਕ ਰੂਪ ਅਨੁਪਮ ਅੰਗਣ ਪੇਖ ਅਨੰਗ ਸੁਲਾਝੈ। ਅਤਸ਼ੈਲ ਛਬੀਲੇ ਛਟ ਛਪ ਚੂੰਗਣ ਸ਼ੋਭ ਛਬੈ ਛਤਰੀ ਚਿਤ ਚਾਜੈ। ਰਖਤਾਲਕ ਖਾਲਕ ਮਾਲਕ ਸੋਅਰ ਗਾਲਕ ਪਾਲਕ ਹਿੰਦਨ ਲਾਜੈ। ਜਨ ਕੰਦਰ ਅੰਦਰ ਤੇ ਨਿਕਸੇ ਮਰਗਿੰਦ ਨੇ ਹਾਰ ਗਜਿੰਦ ਸਮਾਜੈ। ਮਾਨੋ ਸਾਹਿਬਜ਼ਾਦਾ ਅਜੀਤ ਸਿੰਘ ਦੇ ਸਾਹਮਣੇ ਸੂਰਜ ਫਿੱਕਾ ਪੈ ਗਿਆ ਹੋਵੇ। ਕਦੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਇੱਕ ਦੁਖਿਆਰੇ ਬ੍ਰਾਹਮਣ ਦੀ ਬ੍ਰਾਹਮਣੀ ਛਡਾਈ। ਅੱਜ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਇੱਕ ਪੰਡਤ ਦੀ ਧੀ ਅਤੇ ਨੌ ਛਡਾਉਣ ਲਈ ਚੱਲਿਆ ਹੈ। ਸਿੰਘ ਤੁਰੇ ਜਾ ਰਹੇ ਅਰਦਾਸਾ ਸੋਧ ਕੇ। ਬਾਬੇ ਨੂੰ ਬਾਬਾ ਦੀਪ ਸਿੰਘ ਜੀ ਦੇ ਘੋੜੇ ਮਗਰ ਬਿਠਾਇਆ ਗਿਆ ਉਸ ਬੁੱਢੇ ਪੰਡਤ ਨੂੰ। ਔਰ ਬਾਬਾ ਦੀਪ ਸਿੰਘ ਨੇ ਆਖਿਆ, ਬਾਬਾ ਰਸਤਾ ਦੱਸਦਾ ਜਾਈ ਗੜੀ ਪੀਰਾਂ ਵਿੱਚ ਕਿੱਥੇ ਤੇਰੀ ਧੀ ਨੂੰ ਕੈਦ ਕੀਤਾ ਗਿਆ, ਨੌ ਨੂੰ ਕੈਦ ਕੀਤਾ ਗਿਆ ਹੈ। ਤੇ ਪੰਡਤ ਵਿਚਾਰਦਾ ਜਾਂਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਵਰਗਾ ਸੱਚਮੁੱਚ ਹੀ ਦੁਨੀਆ ਤੇ ਕੋਈ ਨਹੀਂ। ਮੈਂ ਇੱਕ ਦੁਖਿਆਰਾ ਸਾਂ, ਤੇਰੇ ਦਰ ਤੇ ਆ ਗਿਆ ਤੇ ਮੇਰੀ ਬਾਹ ਫੜ ਲਈ। ਹਕੀਮ ਯੋਗੀ ਅੱਲਾ ਯਾਰ ਖਾਂ ਵੀ ਲਿਖਦਾ ਹੈ। ਉਹ ਕਹਿੰਦਾ, इंसाफ करे जीमे तो जमाना यकीन है, कहते गोविंद का सानी ही नहीं है। करतार की सौगंध नानक की कसम है, जितनी भी तारीफ हो गोविंद की वो कम है। कहता जिन्नी भी गुरु गोबिंद सिंह महाराज की सिफत कर ली जावे ना, उन्नी थोड़ी। किसी ने मेरे परदादा उस्ताद ज्ञानी सोहण सिंह सीतल साहब जी ने एक सवाल किया। वो कहता, सीतल साहब जे ਤੁਹਾਨੂੰ ਬੇਨਤੀ ਕੀਤੀ ਜਾਵੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਗੁਣ ਲਿਖੋ ਤੇ ਤੁਸੀਂ ਲਿਖ ਸਕਦੇ ਹੋ? ਸੀਤਲ ਸਾਹਿਬ ਨੇ ਨਾਮ ਵਿੱਚ ਸਿਰ ਫੇਰ ਦਿੱਤਾ। ਕਹਿੰਦਾ, ਤੁਸੀਂ ਸਿੱਖ ਨਹੀਂ, ਤੁਸੀਂ ਤੇ ਏਡੇ ਵੱਡੇ ਵਿਦਵਾਨ ਹੋ। ਸੀਤਲ ਸਾਹਿਬ ਨੇ ਆਖਿਆ, ਮੈਂ ਸਿੱਖ ਜ਼ਰੂਰ ਹਾਂ ਪਰ ਮੈਂ ਗੁਰੂ ਨਹੀਂ। ਮੈਂ ਗੁਰੂ ਗੋਬਿੰਦ ਸਿੰਘ ਦਾ ਗੁਣ ਨਹੀਂ ਲਿਖ ਸਕਦਾ। ਮੇਰੇ ਜਿੰਨੇ ਸਰੀਰ ਤੇ ਰੋਮ ਨੇ, ਇੰਨੀਆਂ ਜ਼ੁਬਾਨਾਂ ਵੀ ਮੈਨੂੰ ਲੱਗ ਜਾਣ ਤੇ ਮੈਂ ਤਾਂ ਵੀ ਗੁਰੂ ਗੋਬਿੰਦ ਸਿੰਘ ਦਾ ਇੱਕ ਗੁਣ ਨਾ ਲਿਖ ਸਕਾਂ। ਉਹਨੇ ਆਖਿਆ, ਮੈਂ ਸੀਤਲ ਸਾਹਿਬ ਤੁਹਾਡੀ ਸ਼ਰਧਾ ਦੇ ਵਾਰੇ ਮੈਂ ਬਲਿਹਾਰੇ ਮੈਂ ਸਦਕੇ, ਪਰ ਜੇ ਤੁਸੀਂ ਸੀਤਲ ਸਾਹਿਬ 10ਵੇਂ ਪਾਤਸ਼ਾਹ ਦੀ ਪਰਥਾਏ ਕੁਝ ਪਿਆਰ ਦੇ ਸ਼ਬਦ ਕਹਿਣੇ ਹੋਣ ਤੇ ਕਹਿ ਦੋਗੇ? ਸੀਤਲ ਸਾਹਿਬ ਨੇ ਆਖਿਆ, ਮੈਂ ਯਤਨ ਕਰਾਂਗਾ। ਫਿਰ ਜੋ ਸੀਤਲ ਸਾਹਿਬ ਨੇ ਲਿਖਿਆ, ਗੁਰੂ ਕਿਰਪਾ ਕਰੇ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਵਾਂ। ਸੀਤਲ ਸਾਹਿਬ ਨੇ ਫਿਰ ਕਬਿਤ ਲਿਖੇ 10ਵੇਂ ਪਾਤਸ਼ਾਹ ਦੀ ਸਿਫਤ ਵਿੱਚ। ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਜੇ ਇੱਕ ਜਰਵਾਣੇ ਨੂੰ ਸੋਧਾ ਲਾਉਣ ਵਾਸਤੇ ਚੱਲਿਆ ਹੈ। ਕਦੇ ਕਬਿਤ ਲਿਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਇਹਨੂੰ ਵੀ ਪੜ੍ਹਨ ਦੀ ਇੱਕ ਚਾਲ ਹੈ।
ਉਹ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰ ਕੋਟ ਪਿੰਡ ਆਗੇ ਹੋਏ ਲੇਤ ਹੈ, ਇਹਨੂੰ ਕਬਿਤ ਕਹਿੰਦੇ ਨੇ। ਤੇ ਕਬਿਤ ਲਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਉਹ ਕਹਿੰਦੇ जोगी जति ब्रह्मचारी बड़े बड़े छत्रतारी छत्र की छाया कई कोसलो चलत है, बड़े बड़े राजन के दावत फिरत देश बड़े बड़े राजन के द्रव को दलत है, मान से मही पौ दलीप कैसे छत्रतारी बड़ो अभिमान पुज दंड को करत है, दारा से दली सरदार योधन से मान तारी भोग भोग भूम अंत भूम में मिलत है। ते कबीत लिखे सीतल साहब ने 10वें पातशाह की सिफत कि सचमुच ही गुरु गोबिंद सिंह महाराज वर्गा दुनिया ते कोई नहीं। ਉਹ ਕਹਿੰਦੇ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਪਿਆਰ ਜਿਹਾ ਦੱਸੋ ਹੋਰ ਹੈਗਾ ਹੈ ਜਹਾਨ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਹੈ? ਕਿਸੇ ਨੇ ਆਖਿਆ ਕਿਉਂ? ਫਿਰ ਉਹ ਲਿਖਦੇ ਕਹਿੰਦੇ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਪਿਆਰ ਜਿਹਾ ਦੱਸੋ ਹੋਰ ਹੈਗਾ ਹੈ ਜਹਾਨ ਵਿੱਚ। ਆਣ ਵਿੱਚ ਸ਼ਾਨ ਵਿੱਚ ਮਾਣ ਵਿੱਚ ਤਾਣ ਵਿੱਚ ਗਿਆਨ ਵਿੱਚ ਧਿਆਨ ਵਿੱਚ ਦੀਨ ਵਿੱਚ ਦਾਨ ਵਿੱਚ ਸੁਖਣ ਨਿਭਾਣ ਵਿੱਚ ਧਰਮ ਕਮਾਣ ਵਿੱਚ ਜ਼ੁਲਮ ਮਿਟਾਣ ਵਿੱਚ ਦੁੱਖੜੇ ਉਠਾਣ ਵਿੱਚ ਵੱਡੇ ਵੱਡੇ ਮਾਨੀਆਂ ਦੇ ਮਾਣ ਵਾਲੇ ਮਾਣ ਤੋੜੇ ਤੁਸੀਂ ਵੀ ਨਾ ਭੋਲਿਓ ਰਹੋ ਕਿਸੇ ਮਾਣ ਵਿੱਚ। ਉਹਦਾ ਨਿਸ਼ਾਨਾ ਅਸੀਂ ਉੱਕਿਆ ਨਾ ਡਿੱਠਾ ਕਦੇ ਹੈਗਾ ਇਲਾਹੀ ਅਸਰ ਉਹਦੀ ਕਮਾਨ ਵਿੱਚ ਜਿਉਂਦਿਆਂ ਨੂੰ ਮਾਰਦਾ ਏ ਮਾਰ ਕੇ ਜਿਵਾਲਦਾ ਏ। ਇਹ ਹੈ ਸਫਾਈ ਉਹਦੇ ਤੀਰ ਦੇ ਚਲਾਣ ਵਿੱਚ। ਆਵੇ ਜਾਂ ਮੈਦਾਨ ਵਿੱਚ ਘਾਣ ਲਾਹੇ ਆਣ ਵਿੱਚ ਛੱਡਦਾ ਨਾ ਜਾਣ ਜਾਨ ਦੁਸ਼ਮਣਾਂ ਦੀ ਜਾਨ ਵਿੱਚ। ਹੱਥੋਂ ਪਲੱਥੇ ਵਾਲੇ ਹੱਥੋਂ ਹੱਥ ਦੱਸ ਦਿੰਦਾ ਰੋਕ ਕੇ ਉਹਦਾ ਹੱਥ ਹੁੰਦਾ ਕੋਈ ਹੀ ਜਹਾਨ ਵਿੱਚ। ਉਹ ਕਹਿੰਦੇ ਉਹਨਾਂ ਦੇ ਤੇਗ ਬਾਰੇ ਸੁਣੋ ਚਮਕਦੀ ਏ ਦਮਕਦੀ ਏ ਕੜਕਦੀ ਏ ਦੜਕਦੀ ਏ ਬਿਜਲੀ ਦਾ ਤੇਜ਼ ਹੈ ਉਹਦੀ ਕਿਰਪਾਨ ਵਿੱਚ। ਇੱਥੇ ਉੱਥੇ ਜਿੱਤ ਕਿਤੇ ਆਰ ਪਾਰ ਵਾਰ-ਵਾਰ ਵਾਰ ਉੱਤੇ ਵਾਰ ਹੁੰਦੇ ਕਈ ਕਿ ਆਣ ਵਿੱਚ ਅੜਕਦਾ ਸੋ ਝੜਕਦਾ ਦੇ ਪੜਕਦਾ ਜ਼ਮੀਨ ਉੱਤੇ ਫੜਕਦਾ ਨਾ ਧੜਕਦਾ ਜਾਂ ਕੜਕਦਾ ਮੈਦਾਨ ਵਿੱਚ। ਛੁੱਟਦੇ ਨੇ ਤੀਰ ਤਾਰੇ ਟੁੱਟਦੇ ਨੇ ਅੰਬਰਾਂ ਤੋਂ ਤਿੜਕ ਤਿੜਕ ਚਿੰਗਿਆੜੇ ਉੜਦੇ ਜੋ ਦੁਕਾਨ ਵਿੱਚ। ਉਹ ਕਹਿੰਦੇ ਉਹਨਾਂ ਦੇ ਤੀਰ ਬਾਰੇ ਸੁਣੋ ਫੌਜਾਂ ਦੇ ਨਿਸ਼ਾਨੇ ਉਹਦੇ ਬਣ ਦੇ ਨਿਸ਼ਾਨੇ ਉਹਦੇ ਹੋਮ ਦੀ ਨਾ ਖਤਾ ਉਹਦੇ ਬਾਨਾਂ ਦੇ ਨਿਸ਼ਾਨ ਵਿੱਚ। ਜਿੱਥੇ ਉਹਦੇ ਤੀਰ ਜਾਣ ਸੀਨਿਆਂ ਨੂੰ ਚੀਰ ਜਾਣ ਕਰ ਲੀਰੋ ਲੀਰ ਜਾਣ ਛੱਡਣ ਨਾ ਪ੍ਰਾਣ ਵਿੱਚ। ਆਣ ਵਾਲੇ ਆਣ ਛੱਡ ਆਣ ਉਹਦੀ ਮੰਨ ਲੈਂਦੇ ਆਣ ਆਣ ਝੁਕਦੇ ਨੇ ਰਹਿੰਦੇ ਨਾ ਗੁਮਾਨ ਵਿੱਚ। ਵਲੀਆਂ ਚ ਵਲੀ ਪੂਰਾ ਯੋਧਿਆਂ ਚ ਯੋਧਾ ਮਾਹੀ ਕਮੀਆਂ ਚ ਕਵੀ ਤੇ ਗਿਆਨੀ ਹੈ ਗਿਆਨ ਵਿੱਚ। ਉਹ ਕਹਿੰਦੇ ਵੱਡੇ ਵੱਡੇ ਸਾਬਰਾਂ ਦੇ ਸਾਬਰ ਉਹਨੇ ਤੋੜ ਛੱਡੇ ਵੱਧ ਗਿਆ ਸਾਰਿਆਂ ਤੋਂ ਬਚੜੇ ਕੁਹਾਣ ਵਿੱਚ। ਕਈ ਵਾਰੀ ਵਾਰ-ਵਾਰ ਇੱਕੇ ਵਾਰੇ ਚਾਰ ਵਾਰੇ ਕੀਤੀ ਨਹੀਂ ਉਹ ਢਿੱਲ ਜਾਣ ਆਪਣੀ ਵੀ ਲਾਣ ਵਿੱਚ। ਸੁੱਖ ਛੱਡੇ ਪੁੱਤ ਛੱਡੇ ਤਖਤ ਛੱਡੇ ਬਖਤ ਛੱਡੇ ਸਭੋ ਕੁਝ ਰੋੜ ਦਿੱਤਾ ਸਿੱਖੀ ਦੇ ਬਚਾਣ ਵਿੱਚ। ਉਹ ਕਹਿੰਦੇ ਪਾਪੀਆਂ ਨੂੰ ਮਾਰਦਾ ਲਤਾੜਦਾ ਪਛਾੜਦਾ ਉਜਾੜਦਾ ਤੇ ਸਾੜਦਾ ਵੰਗਾਰਦਾ ਮੈਦਾਨ ਵਿੱਚ। ਸੇਵਕਾਂ ਨੂੰ ਉਤਾਰਦਾ ਉਬਾਰਦਾ ਸਵਾਰਦਾ ਪਿਆਰ ਦਾ ਪਿਚਕਾਰਦਾ ਚਿਤਾਰਦਾ ਹਰ ਆਣ ਵਿੱਚ। ਤਾਰੇ ਸਾਰੇ ਤਾਰੇ ਉਹਦੇ ਸਿੱਖ ਤਾਰੇ ਚਮਕਦੇ ਨੇ ਆਪ ਚੰਦ ਚਮਕਦਾ ਸਿੱਖੀ ਅਸਮਾਨ ਵਿੱਚ। ਉਹ ਸਿੱਧਣੀ ਅਸੀਂ ਉਹਦੇ ਨਾਮ ਉੱਤੋਂ ਵਿਕੇ ਐਵੇਂ ਦੱਸੋ ਦਸਮੇਜ ਜਿਹਾ ਕੌਣ ਹੈ ਜਹਾਨ ਵਿੱਚ। ਇਹ ਦੇਸ਼ ਨਾ ਹੁੰਦਾ ਜੇ ਪਿਤਾ ਦਸਮੇਸ਼ ਨਾ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਸਪੁੱਤਰ ਲਾ ਕੇ ਘੋੜਿਆਂ ਨੂੰ ਅੱਡੀਆਂ ਪਹੁੰਚ ਕੇ ਗੜੀ ਪੀਰਾਂ ਦੇ ਕੋਲ। ਅੱਗੋਂ ਨਾਸਰਦੀਨ ਨੂੰ ਪਤਾ ਲੱਗਾ ਉਹਦੇ ਕੁਝ ਕਰਿੰਦੇ ਲੈ ਕੇ ਤੇਗਾਂ ਸਾਹਮਣੇ ਆਏ। ਵਿਦਵਾਨ ਸੱਜਣ ਲਿਖਦਾ ਹੈ ਉਹ ਕਹਿੰਦਾ ਵੀ ਹੋ ਕੇ ਆਮੋ ਸਾਹਮਣੇ ਗੱਲ ਦੋਵੇਂ ਜੁੱਟੇ ਉੱਥੇ ਕਈਆਂ ਛਾਨਣੀ ਕਿ ਮੱਥੇ ਫੁੱਟੇ ਉੱਥੇ ਤੀਰ ਤਿਆਰ ਰੱਤ ਦੇ ਚਿਲਿਆਂ ਤੋਂ ਛੁੱਟੇ ਉੱਥੇ ਸੀ ਧੜਾ ਤੋਂ ਲੈ ਗਏ ਧੜ ਰਹਿ ਕੇ ਬੁੱਟੇ। ਬਾਬਾ ਦੀਪ ਸਿੰਘ ਸਾਹਿਬ ਨੇ ਛੱਡ ਕੇ ਸਤਿ ਸ੍ਰੀ ਅਕਾਲ ਦਾ ਜਕਾਰਾ ਲਾ ਕੇ ਨਗਾਰਿਆਂ ਦੇ ਚੋਟਾਂ ਗੜੀ ਪੀਰਾਂ ਉੱਤੇ ਹੱਲਾ ਬੋਲਿਆ ਵਾਲਾ ਬਾਈ।
ਮਚਾਉਣੀ ਤੇਰੇ ਖੂਨ ਨਾਲ। ਪਿਆਸ ਤੇਰੀ ਮਚਾਉਣੀ ਤੇਰੇ ਖੂਨ ਨਾਲ। ਉਹ ਪੁੱਤ 10ਵੇਂ ਗੁਰਾਂ ਨੇ ਕਹਿ ਲਿਆ ਤੇਰਾ ਮੌਤ ਨਾਲ ਜ਼ਾਲਮ ਲਟੇਰਿਆ। ਤੇਰਾ ਮੌਤ ਨਾਲ ਜ਼ਾਲਮ ਲਟੇਰਿਆ। ਅਸੀਂ ਆਣ ਪਹੁੰਚੇ ਪੜਨ ਕਾ ਓ ਤੂੰ ਜ਼ਾਲਮਾ ਹੋਏ ਜ਼ਾਲਮਾ ਗਰੀਬ ਦੀ ਕੰਨਿਆ ਹੋ ਕੇ ਭੋਰੇ ਵਿੱਚ ਬੈਠਾ ਏ ਲੁਕਾ। ਓਏ ਤੂੰ ਜ਼ਾਲਮਾ ਗਰੀਬ ਦੀ ਕੰਨਿਆ ਜ਼ਾਲਮਾ ਗਰੀਬ ਦੀ ਕੰਨਿਆ ਹੋ ਕੇ ਭੋਰੇ ਵਿੱਚ ਬੈਠਾ ਏ ਲੁਕਾ। ਤੈਨੂੰ ਕੀਤਿਆਂ ਦਾ ਫਲ ਭੁਗਤਾਉਣ ਲਈ ਤੈਨੂੰ ਕੀਤਿਆਂ ਦਾ ਫਲ ਭੁਗਤਾਉਣ ਲਈ ਸਾਨੂੰ ਭੇਜਿਆ ਹੈ ਆਪ ਖੁਦਾ। ਇੰਨੀ ਆ ਕੇ ਸਿੰਘਾਂ ਦੇ ਜਥੇਦਾਰ ਨੇ ਇੰਨੀ ਆ ਕੇ ਸਿੰਘਾਂ ਦੇ ਜਥੇਦਾਰ ਨੇ ਦਿੱਤਾ ਸਤਿ ਸ੍ਰੀ ਅਕਾਲ ਗਜਾ। ਬੂਹੇ ਭੰਨ ਕੇ ਮਹਲਾ ਵਿੱਚ ਜਾਵੜੇ ਭੰਨ ਕੇ ਮਹੱਲਾ ਵਿੱਚ ਜਾਵੜੇ ਸਾਹਮਣੇ ਜੋ ਦਿੱਤਾ ਝਟਕਾ ਯਾਦ ਰਹਿੰਦੀਆਂ ਖਾਲਸਾ ਤੇਰੀਆਂ ਹਾਂ ਜੀ ਹਾਂ ਵਾਰਾ ਤੁਰਿਆ ਜਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਤੀ ਸਪੁੱਤਰਾਂ ਨੇ ਗੜੀ ਪੀਰਾਂ ਤੇ ਹੱਲਾ ਬੋਲਿਆ ਔਰ ਜਿੰਨੇ ਵੀ ਜ਼ਰਵਾਣੇ ਅੱਗੇ ਤੇਗ ਲੈ ਕੇ ਆਏ ਖਾਲਸੇ ਦੀ ਤੇਗ ਦੀ ਧਾਰ ਲੰਘਾ ਦਿੱਤੇ ਗਏ। ਪਤਾ ਲੱਗਾ ਬਾਬਾ ਦੀਪ ਸਿੰਘ ਸਾਹਿਬ ਨੂੰ ਕਿ ਨਾਸਰਦੀਨ ਇੱਕ ਭੂਰੇ ਦੇ ਵਿੱਚ ਜਾ ਲੁਕਿਆ ਹੈ। ਸਿੰਘਾਂ ਨੇ ਫੜ ਕੇ ਨਾਸਰਦੀਨ ਨੂੰ ਸਾਹਮਣੇ ਕੀਤਾ ਬਾਬਾ ਦੀਪ ਸਿੰਘ ਸਾਹਿਬ ਦੇ ਤੇ ਬਾਬਾ ਦੀਪ ਸਿੰਘ ਨੇ ਆਖਿਆ ਉਹ ਜ਼ਾਲਮਾ ਤੈਨੂੰ ਲੋਕਾਂ ਦੀਆਂ ਧੀਆਂ ਚੁੱਕ ਚੁੱਕ ਕੇ ਨਿਕਾਹ ਕਰਾਉਣ ਦਾ ਬੜਾ ਸ਼ੌਂਕ ਪਿਆ ਏ। ਅੱਜ ਵੇਖ ਅਕਾਲ ਪੁਰਖ ਨੇ ਖੁਦ ਖੁਦਾ ਨੇ ਤੇਰਾ ਮੌਤ ਨਾਲ ਨਿਕਾਹ ਕਰਨ ਵਾਸਤੇ 10ਵੇਂ ਪਾਤਸ਼ਾਹ ਦੇ ਪੁੱਤਰ ਭੇਜ ਦਿੱਤੇ ਨੇ। ਬਾਬਾ ਦੀਪ ਸਿੰਘ ਸਾਹਿਬ ਅਜੇ ਖੰਡਾ ਚਲਾਉਣ ਹੀ ਲੱਗੇ ਸਨ ਜਾਂ ਨਾਸਰਦੀਨ ਦੀ ਬੇਗਮ ਇਸ ਪੰਡਤ ਦੀ ਧੀ ਅਤੇ ਪੰਡਤ ਦੀ ਨੌਂ ਨੂੰ ਨਾਲ ਲੈ ਕੇ ਬਾਬਾ ਦੀਪ ਸਿੰਘ ਦੇ ਚਰਨੀ ਆਣ ਪਈ। ਆ ਕੇ ਆਖਿਆ ਬਾਬਾ ਜੀ ਆਪ ਮੇਰੇ ਪਿਤਾ ਜੀ ਦੀ ਉਮਰ ਦੇ ਹੋ, ਅੱਜ ਮੈਂ ਤੁਹਾਡੇ ਕੋਲੋਂ ਭੀਖ ਵਿੱਚ ਕੁਝ ਮੰਗਦੀ ਤੇ ਮੈਨੂੰ ਯਕੀਨ ਹੈ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਕਦੀ ਕੁਝ ਮੰਗਿਆ ਬੰਦਾ ਖਾਲੀ ਗਿਆ ਨਹੀਂ। ਬਸ ਮੰਗਣ ਦਾ ਵੱਲ ਚਾਹੀਦਾ, ਸਾਨੂੰ ਮੰਗਣਾ ਨਹੀਂ ਆਉਂਦਾ। ਅਸੀਂ ਕਈ ਵਾਰ ਰੱਬ ਦੇ ਘਰੋਂ ਮੰਗ ਕੇ ਤੇ ਉਲਾਮੇ ਬੜੀ ਛੇਤੀ ਦੇਨੇ ਆ। ਅਸੀਂ ਕਹਿੰਦੇ ਵੀ ਰੱਬਾ ਤੂੰ ਸਾਡੀ ਸੁਣੀ ਨਹੀਂ, ਤੇ ਜਦੋਂ ਸੁਣਦਾ ਨਹੀਂ ਨਾ ਤੇ ਫਿਰ ਅਸੀਂ ਪਖੰਡੀਆਂ ਦੇ ਦਰਾਂ ਤੇ ਭੜਕਦੇ ਆ। ਫਿਰ ਜਦੋਂ ਪੱਗਾਂ ਵਾਲੇ ਜਾਂਦੇ ਨਾ ਇਹਨਾਂ ਪਖੰਡੀਆਂ ਕੋਲ
ਤੇ ਸਾਡੇ ਵਰਗੇ ਕਹਿੰਦੇ ਵੀ ਪੱਗਾਂ ਵਾਲੇ ਪਖੰਡੀਆਂ ਦੇ ਪੈਰਾਂ 'ਚ ਪੈ ਗਿਆ ਸਿੰਘੋ। ਪੱਗ ਵਾਲਾ ਕਿਸੇ ਪਖੰਡੀ ਦੇ ਚਲਿਆ ਜਾਵੇ, ਮੈਂ ਬੇਨਤੀ ਕੀਤੀ ਸੀ ਉਹ ਸੇਖਣੀ ਜੇ ਹੁੰਦਾ, ਪੱਗ ਦੇ ਜਾਂਗੀਰ ਵੀ ਬੰਨਦਾ ਸੀ। ਸਾਡੇ ਵਡੇਰੇ ਸੀ, ਬਾਬਾ ਜੀ ਸਤਿਕਾਰਯੋਗ ਸਟੇਜ ਤੇ ਸ਼ੋਭਾ ਪਾ ਰਹੇ ਨੇ, ਇਸੇ ਨਗਰ ਸੁਰ ਸਿੰਘ ਦੇ ਸੀ ਬਾਬਾ ਬਿਧੀ ਚੰਦ, ਲੈ ਕੇ ਗਏ ਸਤਿਕਾਰਯੋਗ ਮੀਰ ਅਬਦਲ ਤੇ ਨਥਮਲ ਖੈਰ ਸਾਡੇ ਵੱਡ ਵਡੇਰੇ ਢਾਡੀਆਂ ਨੂੰ, ਤੇ ਉਹਨਾਂ ਵੀ ਉਹ ਗੱਲ ਆਖੀ ਸੀ, ਮਹਾਰਾਜ ਪੱਗ ਤੇਰੀ ਕੀ ਜਹਾਂਗੀਰ ਦੀ। ਤੇ ਉਹਨਾਂ ਵੀ ਆਖਿਆ ਸੀ ਵੀ ਪਾਤਸ਼ਾਹ ਪੱਗ ਦੇ ਜਹਾਂਗੀਰ ਵੀ ਬੰਦ ਹੈ। ਤੇ ਹੁਣ ਇਹਦਾ ਮਤਲਬ ਇਹ ਥੋੜਾ ਕਿਆਫਾ ਲਾਇਆ ਜਾ ਸਕਦਾ ਕਿ ਕੋਈ ਇੱਕ ਇਨਸਾਨ ਡੋਲਿਆ ਹੋਇਆ, ਡਰਿਆ ਹੋਇਆ, ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਿਆ ਜਾ ਕੇ ਕਿਸੇ ਪਖੰਡੀ ਦੇ ਪੈਰੀਂ ਪੈ ਗਿਆ, ਪੱਗ ਉਹਦੇ ਸਿਰ ਤੇ ਹੈ ਤੇ ਉਹ ਕਿਤੇ ਸਿੱਖ ਕੌਮ ਹੀ ਖਤਮ ਹੋ ਗਈ। ਨਹੀਂ ਸਿੰਘੋ, ਮੈਂ ਬੇਨਤੀ ਕਰਾਂ ਵੀ ਸਾਨੂੰ ਇਸ ਗੁਰੂ ਕੋਲੋਂ ਨਹੀਂ ਮੰਗਣਾ ਆਇਆ, ਸਾਨੂੰ ਇੱਥੇ ਅਰਦਾਸ ਕਰਨੀ ਨਹੀਂ ਆਈ, ਸਾਡੀ ਅਰਦਾਸ ਸੁਣੀ ਨਹੀਂ ਨਾ ਜਾਂਦੀ, ਫਿਰ ਅਸੀਂ ਥਾਂ ਥਾਂ ਤੇ ਭੜਕਦੇ ਹਾਂ। ਪਰ ਸਤਿਗੁਰੂ ਦੀ ਗੁਰਬਾਣੀ ਕਹਿੰਦੀ ਵੀ ਅਰਦਾਸ ਕਰਨ ਦਾ ਵੱਲ ਵੀ ਤੇ ਸਿੱਖ, ਮੇਰੀ ਅਰਦਾਸ ਕੀਤਿਆਂ ਗੱਲ ਨਹੀਂ ਬਣਦੀ। ਅਰਦਾਸ ਕਰਨ ਦੀ ਜੁਗਤੀ ਵੀ ਚਾਹੀਦੀ ਹੈ, ਜਿਹੜੀ ਪਾਤਸ਼ਾਹ ਦੀ ਗੁਰਬਾਣੀ ਨੇ ਦੱਸੀ ਹੈ ਕਿ ਜੇ ਤੂੰ ਉਹ ਜੁਗਤੀ ਵਰਤ ਲਵੇਂ, ਦੁਨੀਆ ਦੀ ਕੋਈ ਤਾਕਤ ਨਹੀਂ, ਤੇਰੀ ਅਰਦਾਸ ਜ਼ਰੂਰ ਸੰਪੂਰਨ ਹੋਵੇਗੀ, ਕੋਈ ਰੋਕ ਨਹੀਂ ਸਕੇਗੀ, ਕੋਈ ਐਸੀ ਤਾਕਤ ਨਹੀਂ ਦੁਨੀਆ ਵਿੱਚ। ਤੇ ਫਿਰ ਮਹਾਰਾਜ ਨੂੰ ਪੁੱਛਿਆ ਵੀ ਪਾਤਸ਼ਾਹ ਉਹ ਕਿਹੜੀ ਜੁਗਤੀ ਹੈ ਜਿਹੜੀ ਅਸੀਂ ਵਰਤਦੇ ਨਹੀਂ? ਤੇ ਸਤਿਗੁਰੂ ਜੀ ਕਹਿੰਦੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਵੀ ਸੱਜਣਾ ਜੇ ਜਨ ਬਣ ਕੇ ਕਰੇਗਾ ਤੇਰੀ ਅਰਦਾਸ ਸੁਣੀ ਜਾਊਗੀ, ਪਰ ਮਾਫ ਕਰੋ ਸਾਨੂੰ ਜਨ ਬਣਨੇ ਨਹੀਂ ਆਉਂਦਾ। ਇੱਕ ਉਰਦੂ ਦੇ ਸ਼ਾਇਰ ਦੇ ਬੜੇ ਸੋਹਣੇ ਬੋਲ ਨੇ, ਉਹ ਕਹਿੰਦਾ ਮਨਜ਼ੂਰ ਹੋਤੀ ਹੈ ਦੁਆ, ਸੁਣੀ ਜਾਂਦੀ ਹੈ ਕਦੋਂ? ਮਨਜ਼ੂਰ ਹੋਤੀ ਹੈ ਦੁਆ ਜਬ ਦਿਲ ਸੇ ਹੋਤੀ ਹੈ, ਜਦੋਂ ਦਿਲ ਤੋਂ ਕੀਤੀ ਜਾਵੇ ਨਾ ਉਦੋਂ ਸੁਣੀ ਜਾਂਦੀ ਹੈ। ਪਰ ਅੱਗੇ ਬੜੀ ਵੱਡੀ ਸ਼ਰਤ ਉਸਨੇ ਰੱਖ ਦਿੱਤੀ, ਉਹ ਕਹਿੰਦਾ ਮਨਜ਼ੂਰ ਹੋਤੀ ਹੈ ਦੁਆ ਜਬ ਦਿਲ ਸੇ ਹੋਤੀ ਹੈ, ਲੇਕਿਨ ਮੁਸ਼ਕਿਲ तो ये है ये मुश्किल से होती है। पर मुश्किल तो इत्थे खड़ी हुंदी पे हुंदी बड़ी औखी है। जिन्हां ने जन बन के कीती उन्हां दी सुनेगी। खैर वखरा कॉन्सैप्ट मैं इत्थों तक रह जावां। उस बेगम ने आख्या बाबा जी तुसी पिता जी दी उम्र दे हो, किरपा करो मेरा दुनिया ते जहान ते मेरा स्वामी मेरा पति वादा रवे। और बाबा दीप सिंह साहब ने आख्या जे फिर भी ना टलिया ते नासरदीन दी बेगम ने आख्या बाबा जी मैं तुहाडे नाल वादा करदी हां कि जे अजे भी ये बुरे कम्मां तो ना रुकिया हुण तुहाडे तो पहुंचण नालों पहला मैं तेग नाल आप इहदा सिर लावांगी। फिर बाबा दीप सिंह साहब ने उस पंडित दी धी ते नौं नूं छुड़ाया। पंडित दे नाल तोरिया ने बड़ा वड्डा धन्नवाद कीता। खालसा जित दे नगारे वजाउंदा होया दमदमा साहब दी पावन धरती ते आण बैठा गुरु गोबिंद सिंह महाराज दे नाती पुत्तर। मैं एक बेनती करदा ना अखीर ते 2 मिनट टिकिओ, मैं बस आ बेनती करके समाप्ति करनी है भी सज्जनों हर एक इतिहास सुन तो बाद कुछ ना कुछ रिजल्ट निकलता है कि असी कदी उस रिजल्ट वाल ध्यान मारिया भी सानू इतों सिक्ख्या की मिली। जे सिक्ख्या नहीं लई फिर जो जा सुनिया ना सुनिया एक बराबर हो गया। जेड़े ते अमरधारी ने पूजन योग ने जेड़े रहनी बहनी दे धारनी ने उन्हां तो मैं रोम रोम प्रणाम करदा ते जेड़े अजे बेअमरतीए ने सिंघो ਉਹ गुरु गोबिंद सिंह महाराज ਦੇ खंडे बाटे ਦੀ ਪੌੜ ਜ਼ਰੂਰ ਲਓ। मैं एक बेनती कर लगा करके समाप्ति मेरा समा रह गया 5 मिनट ਦਾ ਤੇ मैं समाप्ति कर लगा। गुरु गोबिंद सिंह महाराज ने 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਦਿੱਤਾ ਤੇ ਪਾਤਸ਼ਾਹ ਨੇ ਫਿਰ ਇੱਕ ਬੇਨਤੀ ਕੀਤੀ। महाराज ਕਹਿੰਦੇ ਮੋਹ ਬੇਨਤੀ ਪਾਂਚੋ ਆਗੇ हम सेवक तुम सतगुर लागे हम जाचक तुम दानी पारे अमृत दाते 5 प्यारे जिम तुम सियार ते सिंह पै हैं अमृत छक अमर वह गए हैं तिम मम गरीब पर किरपा कीजिए खैर पौल की दास को दीजिए। पातशाह ने आख्या जिद्दां तुसीं सिंह बने हुण मैनू बना दिओ ते भाई दया सिंह ने जवाब दिता। अगों उन्हां तरले नहीं मारे बेनतियां नहीं कीतियां। भाई दया सिंह साहब ने आख्या महाराज कहा दया सिंह सिंह बनना कठिन है हम सिंह बने सीस अपना कटाए कै। महाराज एडा सौखा सिंह किवें बनिया जावे? एडा सौखा नहीं। सिंह सीस किया फीस सिंगन की रीस पाछै आओ इस गली सीस तली पे टिकाए कै जैसे हम सीस दिया सीना उचारी कछू खुशी खुशी हंसे खून अपना बहाए कै पाछे तुम पौड़ दिया 5 सीस लिए पहले हम पौड़ देंगे तो क्या दोगे गनाए कै। महाराज तुसी 5 सिर लै ते फिर अमृत दिता हुण असी कहने भी जे तुहानू अमृत दईए ते तुसी की दोगे। ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੇਨਤੀ ਕੀਤੀ ਸਿੰਘੋ ਜਿਹੜੇ ਗੁਰੂ ਦੇ ਭੈ ਵਾਲੇ ਜੁੜੇ ਜੇ ਦਿਲ 'ਚ ਸ਼ਬਦ ਵਸਾਇਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਥ ਜੋੜ ਕੇ ਆਖਿਆ ਕੀ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਦਾਮ ਤੋਂ ਨਾ ਦੇ ਸਕੂੰ ਭੇਟਾ ਮਨਜ਼ੂਰ ਕਰੋ ਸੁਣੋ ਦਇਆ ਸਿੰਘ ਜੋ ਜੋ ਭੇਟ ਮੈਂ ਚੜਾਉਂਗਾ। ਮਹਾਰਾਜ ਕਹਿੰਦੇ ਮੈਂ ਤਾਂ ਮੁੱਲ ਨਹੀਂ ਦੇ ਸਕਦਾ ਪਰ ਮੈਂ ਭੇਟਾ ਦੇ ਸਕਦਾ। ਤੇ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਕੀ ਭੇਟਾ ਹੀ ਦੋਗੇ? ਤੇ ਪਾਤਸ਼ਾਹ ਨੇ ਆਖਿਆ ਫਿਰ ਸੁਣੋ ਹੁਣ ਕੀ ਦੇਣ ਲੱਗਾ।
ਕਿਹਾ दाम तो ना दे सकूं बेटा मंजूर करो, सुनो दया सिंह जो जो भेंट मैं चढ़ाऊंगा, पिता कटवा के जैसे खून की खिलाई होली, वैसी होली बेटों के खून की खिलाऊंगा। गार बार छोड़ फोड़ अपने कर्म आप, सरसा की नदी पे नदी खून की बहाऊंगा। शेरे कुर्बानियों के बांध कर कर संग, मौत की घोड़ी पे बेटे अपने बिठाऊंगा। दो चमकौर में कटाऊंगा कटार संग, दो सरहंद की दीवार में चुनाऊंगा। किसी तरफ माता होगी, किसी तरफ पिता होगा, किसी तरफ मैल, कहीं बेटों को रुलाऊंगा। होए के अकेला फिर फिरूंगा मैं जंगलों में, छाड़ के पलंग सेजा कांटों की बिछाऊंगा। सिखों के समेत सरबंस सब भेंट किया, अब तो पिला दो अमृत सेवक कहलाऊंगा। पातशाह ने आख्या भाई दया सिंह, जे तुसी 5 सिर दिते अमृत बदले, गोबिंद राय वादा करदा गोबिंद सिंह सजा दिओ, पूरा सरबंस ही पंथ दे लेखे ला देंगा। एडा सौखा अमृत नहीं मिलता। जदों अज सानू कहंदे ना भी आजो कड़ा भी फ्री, कंगा भी फ्री, किरपान भी फ्री ते कशहरा भी फ्री, उदों फिर जदों सारा कुछ ही फ्री च मिलिया होवे ओहदी कीमत भी उन्नी की पैंदी जे। मैनू माफ करो शब्द कौड़े ने, शब्द कौड़े ने पर है गहराई विच। इन्हां नू मापन ते नापन दा यतन करियो। इतनी सेवा प्रवान करनी वीर मनप्रीत सिंह जी इंग्लैंड, वीर नवप्रीत सिंह जी आस्ट्रेलिया, स्वर्गवासी सरदार वरियाम सिंह जी दे सुपुत्र। बई इन्हां ने मैनू भाई चरणप्रीत सिंह जी उन्हां दस्सिया कि हर एक जथे नू 5-5 हज़ार रुपया उन्हां ने सेवा दित्ती है। हर एक जथे नू जो गुरु घर विचों सेवा मिली वो तो अलग, पर इन्हां समुचे जथियां नू जिन्ने हाज़रियां भर रहे ने दीवाना विच, उन्हां नू 5-5 हज़ार रुपया सेवा ते दासरियां नू भी 5 हज़ार की सेवा इन्हां परिवार वालों कीती गई है। अरदास करदा गुरु कृपा करे, दो कालंग परनासी दयालंग स्वरूपे, सदा अंग संगे अपंगंग बेपूते। गुरु कृपा करे वीरां दे अंग संग सहाई होवे, देशां विदेशां विच रह के गुर सिੱਖੀ दे नाल जुड़न, नितनेमी बन, बाणी पढ़न, वाहिगुरू वाहिगुरू करन दा परमात्मा बल बख्शे, अते पिछों परिवार नूं भी कृपा करके सतगुरु बाणी बाणे नाल जोड़े। ये अरदास करदा कि ढाडी होंदे नाते काका करनवीर सिंह उन्हां दे नाम ते 100 रुपया भेजा गया है। वीर पवनदीप सिंह कैनेडा उन्हां दे नाम ते 100 रुपया। सतबीर सिंह जी कैनेडा उन्हां वल्लों 100 रुपया। एक भैन जी वीर गुरदेव सिंह दे सबुत्र दी अरदास कराउंदे ने भी वाहिगुरू कृपा करे ओदी जगत नाल सांझ पै जावे। मैं अरदास करदा पातशाह कृपा करन। भाई मलकीत सिंह जी कतर ते भाई बीबी रवनीत कौर जी कैनेडा उन्हां दी चढ़दी कला वास्ते सत्कार जो भाई साहब जी बैठे ने सेवा कर रहे हैं, उन्हां वल्लों 100 रुपया जथे का सत्कार किया गया। मैं तहे दिलों धन्नवाद करदा। सरदार गुर अमर सिंह न्यूजीलैंड उन्हां दे परिवार वालों 200 रुपया भेजा गया। वाहिगुरू कृपा करे तंदुरुस्ती बख्शिश करे। वीर भाई भाई सतनाम सिंह जी स्टेज कतर उन्हां वालों 100 रुपया भेजा गया। उन्हां दी चढ़दी कला की अरदास करदा गुरु कृपा करे। मलकीत सिंह जी की चढ़दी कला वास्ते बेअंत प्यार आया। सुखमन कौर जी बाहर की अरदास कराउंदे ने गुरु कृपा करे। कुलबीर सिंह ते सुरजीत सिंह जी परिवार की चढ़दी कला वास्ते अरदास कराउंदे ने गुरु कृपा करे। परिवार चों कहते भी नशा खत्म हो जाए वाहिगुरू कृपा करे। लवप्रीत कौर यूके उन्हां दी चढ़दी कला वास्ते बेअंत प्यार। हरप्रीत सिंह जी वो USA वो वीजे वास्ते अरदास कराउंदे ने भी उन्हां दा विदेश का वीज़ा लग जाए गुरु कृपा करे। सचखंड वासी बाबा केवल सिंह जी तरना दल जठौल माफ करो मैनू नाम का पता नहीं लगा। और सचखंड वासी बाबा केवल सिंह जी उन्हां दे नाल कुछ एक होर नाम है सत्कारयोग तरना दल जठौल उन्हां वल्लों बेअंत प्यार भेजा गया। मैं अरदास करदा सतगुर कृपा करे। समुचा अरदासा आखो जी नानक नाम चढ़दी कला तेरे भाणे। मेरे साथी पूजा पिता उस्ताद ज्ञानी मिलका सिंह मौजी साहब के सबूतर ये जो खब्बे पासे गा रहे सी मौजी साहब के होनहार सबूतर ने। भाई प्रभजोत सिंह जी MA सरियाली कला। सरंगी मास्टर साडे प्रोफैसर साहब जिन्हां कोलों असीं MA कीती है। सरदार सुखविंदर सिंह जी फतेहगढ़ सबरा प्रोफैसर साहब। सरदार शाम सिंह अटारी जी के पावन शहीदी स्थान तो। ढाडी भाई निशान सिंह जी पारस नगर बूह नेड़े हरीके। दास हम अवगुण परे एक गुण नहीं। मनवीर सिंह MA अनोखे अमर शहीद। बाबा दीप सिंह साहब जी के पावन जन्म स्थान नगर पोवण साहब तो। यह प्रसंग बहुत घट स्टेजां ते गाया गया। मैं ये तो नहीं कहता भी गाया नहीं गया पर बहुत घट बाबा दीप सिंह जी का एक अणछूआ पत्रा सी जिसनों यतन किया है कि आप जी सामने रखा जाए। गुरु ग्रंथ साहब जी का रोम रोम करके धन्नवाद। सत्कारयोग भाई चरणप्रीत सिंह जी का धन्नवाद जिन्हां तुहाडे सारिआं दा हुक्म साडे तक एक मोबाइल के जरिए पहुँचाया।
ਇਹਨਾਂ ਦਾ ਔਰ ਗੁਰੂ ਕੀ ਸੰਗਤ ਦਾ, ਸਮੁੱਚੀ ਮੈਨੇਜਮੈਂਟ ਕਮੇਟੀ, ਪ੍ਰਬੰਧਕ ਕਮੇਟੀ ਦਾ ਧੰਨਵਾਦ। ਭਾਈ ਇੱਕ ਅਰਦਾਸ ਸਾਡੇ ਲਈ ਜ਼ਰੂਰ ਕਰਿਓ। ਆ ਜੋ ਤੁਸੀਂ ਮਾਇਆ ਦਿੰਦੇ ਹੋ ਨਾ, ਅਰਦਾਸ ਕਰੋ ਗੁਰੂ ਕਿਰਪਾ ਕਰੇ ਚੰਗੇ ਥਾਂ ਦੇ ਲੱਗੇ, ਚੰਗੀਆਂ ਕਿਤਾਬਾਂ, ਚੰਗੇ ਗ੍ਰੰਥ, ਨਿਰੋਲ ਢਾਡੀ ਕਲਾ ਲੈ ਕੇ, ਵਿਦਵਤਾ ਦੇ ਵਿੱਚੋਂ ਕੁਝ ਅੰਸ਼ ਲੈ ਕੇ ਤੁਹਾਡੇ ਸਾਹਮਣੇ ਫਿਰ ਤੁਹਾਡੇ ਜੋੜੇ ਝਾੜ ਸਕੀਏ। ਇਤਨੀ ਸੇਵਾ ਪ੍ਰਵਾਨ ਕਰਨੀ ਸਭ ਦਾ ਧੰਨਵਾਦ ਹੈ। ਲਾਈਵ ਵਾਲਿਆਂ ਦਾ, ਸਾਊਂਡ ਵਾਲੇ ਵੀਰਾਂ ਦਾ ਧੰਨਵਾਦ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਪਿਆਰ ਸਤਿਕਾਰ ਨਾਲ ਬੁਲਾਓ ਫਤਿਹ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਅਤੀ ਸਤਿਕਾਰਯੋਗ ਗਿਆਨੀ ਮਨਵੀਰ ਸਿੰਘ ਜੀ ਬੀਏ, ਜਿਨ੍ਹਾਂ ਦੇ ਪ੍ਰਥਾਏ ਮੇਰੀ ਕੋਈ ਸਿਫਤ ਦੇ ਸ਼ਬਦ ਸ਼ਾਇਦ ਘੱਟ ਪੈ ਜਾਣ, ਪਰ ਆਪ ਸਰਬੱਤ ਸੰਗਤਾਂ ਨੇ ਉਹਨਾਂ ਨੂੰ ਸਰਵਣ ਕਰਕੇ ਹੀ ਉਹਨਾਂ ਦੀ ਸਿਫਤ ਦਾ ਸਾਧ ਸੰਗਤ ਜੀ, ਉਹਨਾਂ ਦੇ ਸ਼ੁਭ ਗੁਣਾਂ ਦਾ ਅੰਦਾਜ਼ਾ ਲਗਾ ਲਿਆ ਹੋਵੇਗਾ। ਐਸੀ ਵਿਦਵਤਾ ਦੀ ਦਾਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਹਨਾਂ ਦੇ ਉੱਤੇ ਬਖਸ਼ਿਸ਼ ਕੀਤੀ ਹੈ, ਜੋ ਆਪ ਸਰਬੱਤ ਸੰਗਤਾਂ ਨੇ ਜਾਣਿਆ ਹੈ। ਬਹੁਤ ਬਹੁਤ ਰੋਮ ਰੋਮ ਸਵਾਸ ਸਵਾਸ ਧੰਨਵਾਦ ਗਿਆਨੀ ਜੀ ਹੁਣਾਂ ਦਾ, ਜਿਨ੍ਹਾਂ ਨੇ ਸਾਡੇ ਨਗਰ ਵਿਖੇ ਪਹਿਲੀ ਵਾਰ ਹਾਜ਼ਰੀ ਭਰੀ ਔਰ ਸਰਬੱਤ ਸੰਗਤ ਦਾ ਵੀ ਸਾਧ ਸੰਗਤ ਜੀ ਬੜਾ ਸਾਥ ਦਿੱਤਾ ਹੈ। ਬੜੀ ਇਕਾਗਰਤਾ ਦੇ ਨਾਲ ਬੜੇ ਲੰਬੇ ਸਮੇਂ ਤੋਂ ਸਾਧ ਸੰਗਤ ਜੀ ਬੈਠ ਕਰਕੇ ਸੱਜ ਕਰਕੇ ਪਾਵਨ ਗੁਰੂ ਕਾ ਦੀਵਾਨ ਵਿੱਚ ਸਾਧ ਸੰਗਤ ਜੀ ਆਪ ਜੀ ਨੇ ਸੱਜ ਕਰਕੇ ਜਸ ਸਰਵਣ ਕੀਤਾ ਹੈ। ਹੁਣ ਸਾਧ ਸੰਗਤ ਜੀ ਸਾਰੇ ਦੀਵਾਨ ਦੀ ਸਮਾਪਤੀ ਹੈ। ਨੇੜੇ ਨੇੜੇ ਸਾਰੇ ਪਿੰਡਾਂ ਇਲਾਕਿਆਂ ਤੋਂ ਸਾਧ ਸੰਗਤ ਜੀ ਆਈਆਂ ਹੋਈਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਨਗਰ ਪਸਿਆਂ ਤੋਂ ਗਿਆਨੀ ਭਜਨ ਸਿੰਘ ਜੀ ਆਏ, ਉਹਨਾਂ ਦਾ ਧੰਨਵਾਦ। ਰਾਗੀ ਗੁਰਸੇਵਕ ਸਿੰਘ ਜੀ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਵੀ ਧੰਨਵਾਦ। ਹੋਰ ਵੀ ਸਾਧ ਸੰਗਤ ਜੀ ਬੇਅੰਤ ਗੁਰਸਿੱਖ ਸੰਗਤਾਂ ਨੇੜੇਲੇ ਇਲਾਕਿਆਂ ਤੋਂ ਪਹੁੰਚੀਆਂ, ਉਹਨਾਂ ਦਾ ਧੰਨਵਾਦ।